ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਹਰੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਜੀ। ਆਇਆਂ ਨੂੰ ਜੀ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਦਸਾਂਝ ਸਾਹਿਬ, ਸਾਡੇ ਦਰਸ਼ਕ ਵੀ ਪੰਜਾਬ ਦੀਆਂ ਖਬਰਾਂ ਸੁਣਨ ਲਈ ਤਾਵਲੇ ਹੁੰਦੇ ਆ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਖਬਰਾਂ ਨੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਰਸ਼ੀਆ ਦੀ ਪਹਿਲ ਕਦਮੀ ਤੇ ਇੱਕ ਮੀਟਿੰਗ ਸੱਦੀ ਗਈ ਹੈ ਮਾਸਕੋ ਦੇ ਵਿੱਚ, ਜਿਹਦੇ ਵਿੱਚ ਅਮਰੀਕਾ ਸ਼ਾਮਲ ਨਹੀਂ ਹੋ ਰਿਹਾ, ਪਰ ਭਾਰਤ ਦੀ ਜਿਹੜੀ ਆ ਕੋਸ਼ਿਸ਼ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਭਾਰਤ ਨੇ ਉੱਥੇ ਇਨਵੈਸਟਮੈਂਟ ਕੀਤੀ ਹੋਈ ਉਹ ਬੇਕਾਰ ਨਾ ਜਾਵੇ ਤੇ ਸਾਡੇ ਰਿਲੇਸ਼ਨ ਕਿਸੇ ਤਰ੍ਹਾਂ ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਉਹਦੇ ਨਾਲ ਬਣੇ ਰਹਿਣ, ਤੇ ਉਹਦੇ ਵੱਲ ਨੂੰ ਇੱਕ ਕਾਮਯਾਬੀ ਜਿਹੜੀ ਆ ਉਹ ਹੁੰਦੀ ਨਜ਼ਰ ਆ ਰਹੀ ਆ, ਜਿਹਦੇ ਵਿੱਚ ਅਮਰੀਕਾ ਨੂੰ ਛੱਡ ਕੇ ਚੀਨ, ਭਾਰਤ, ਇਰਾਨ ਤੇ ਪਾਕਿਸਤਾਨ ਸਮੇਤ ਕਈ ਮੁਲਕ ਜਿਹੜੇ ਸ਼ਾਮਲ ਹੋਣਗੇ। ਸ਼ਾਇਦ ਪਾਕਿਸਤਾਨ ਨੇ ਜਿਹੜਾ ਆ ਉਹ ਥੋੜ੍ਹਾ ਜਿਹਾ ਪੈਰ ਪਛਾਂ ਖਿੱਚੇ ਸੀ ਪਿੱਛੇ, ਤੇ ਹੁਣ ਰਸ਼ੀਆ ਦੀ ਅਗਵਾਈ ਦੇ ਵਿੱਚ ਦੁਬਾਰਾ ਇੱਕ ਗੱਲਬਾਤ ਜਿਹੜੀ ਆ ਉਹ ਚੱਲਣ ਦੀ ਸੰਭਾਵਨਾ ਬਣ ਰਹੀ ਆ। ਤੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਹਦਾ ਭਾਰਤ ਨੂੰ ਜਾਂ ਇਸ ਖਿੱਤੇ ਦੇ ਵਿੱਚ ਕੀ ਅਸਰ ਹੋਏਗਾ? ਦੇਖੋ, ਲਾਜ਼ਮੀ ਹੈ ਕਿ ਚੀਜ਼ਾਂ ਜਿਹੜੀਆਂ ਆ ਕਈ ਵਾਰ ਵਿਗੜਦੀਆਂ ਆ, ਫਿਰ ਉਹਨਾਂ ਨੂੰ ਥਾਂ ਸਿਰ ਕਰਨਾ ਹੁੰਦਾ ਹੈ। ਤੇ ਜੇ ਗੁਆਂਢ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਤੇ ਉਹਦੇ 'ਚ ਜੇ ਬਾਕੀ ਸਾਰੇ ਗੁਆਂਢੀ ਮੁਲਕ ਹੈ ਜਿਹੜੇ ਉਹ ਇਕੱਠੇ ਹੋ ਕੇ ਜੇ ਕੋਈ ਤਾਲਮੇਲ ਕਰਕੇ ਕੋਈ ਗੱਲ ਕਰਨਾ ਚਾਹਣਗੇ ਤੇ ਅਫਗਾਨਿਸਤਾਨ ਦੀ ਸਥਿਤੀ ਜਿਸ ਤਰ੍ਹਾਂ ਦੀ ਬਣੀ ਹੋਈ ਹੈ ਉਹਦੇ ਵਿੱਚ ਜਿੱਦਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਇਨਵੈਸਟਮੈਂਟ ਦਾ ਮਾਮਲਾ ਵੀ ਹੈ, ਸਾਰੇ ਮੁਲਕਾਂ ਦੇ ਆਪੋ ਆਪਣੇ ਇੰਟਰਸਟ ਵੀ ਹੈ। ਕੋਈ ਇਸ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਿਕਲਦਾ ਹੋਵੇ, ਮਤਲਬ ਤਾਲਿਬਾਨ ਦੀ ਸਰਕਾਰ ਦੇ ਨਾਲ ਕੋਈ ਸਹੀ ਢੰਗ ਦੇ ਨਾਲ ਰਾਬਤਾ ਕਾਇਮ ਕਰਕੇ ਜਾਂ ਆਦਾਨ ਪ੍ਰਦਾਨ ਕਰਕੇ ਮੁਲਕਾਂ ਦੇ ਸਬੰਧ ਜਿਹੜੇ ਆ ਉਹ ਬਿਹਤਰ ਕੀਤੇ ਜਾ ਸਕਣਗੇ ਤਾਂ ਚੰਗੀ ਗੱਲ ਹੈ। ਸੋ ਇਹਦੇ ਚ ਅਮਰੀਕਾ ਦਾ ਨਾ ਹੋਣਾ ਵੀ ਮੈਨੂੰ ਲੱਗਦਾ ਠੀਕ ਹੈ, ਕਿਉਂਕਿ ਮਸਲਾ ਅਫਗਾਨਿਸਤਾਨ ਦੇ ਆਲੇ ਦੁਆਲੇ ਜਿਹੜੇ ਮੁਲਕ ਨੇ ਜਾਂ ਉਹਨਾਂ ਦੀਆਂ ਸਰਹੱਦਾਂ ਨਾਲ ਜੁੜੇ ਹੋਏ ਮੁਲਕ ਜਿਹੜੇ ਆ ਉਹਨਾਂ ਦਾ ਹੈ। ਸੋ ਉਹਦੇ ਚ ਅਮਰੀਕਾ ਦਾ ਕੋਈ ਬਹੁਤਾ ਦਖਲ ਵੀ ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਰਸ਼ੀਆ, ਚਾਈਨਾ ਤੇ ਈਰਾਨ, ਪਾਕਿਸਤਾਨ ਤੇ ਭਾਰਤ ਉਹ ਮੁਲਕ ਨੇ ਜਿਨ੍ਹਾਂ ਮੁਲਕਾਂ ਦੀਆਂ ਸੀਮਾਵਾਂ ਜਿਹੜੀਆਂ ਅਫਗਾਨਿਸਤਾਨ ਦੇ ਨਾਲ ਲੱਗਦੀਆਂ, ਤੇ ਇਹ ਉਹ ਮੁਲਕ ਨੇ ਜਿਨ੍ਹਾਂ ਦਾ ਫਿਜ਼ੀਕਲੀ ਵੀ ਬਹੁਤ ਸਾਰਾ ਦਖਲ ਰਿਹਾ ਜਾਂ ਉੱਥੇ ਇਨਵੋਲਵਮੈਂਟ ਰਹੀ ਹੈ ਅਫਗਾਨਿਸਤਾਨ ਦੇ ਵਿੱਚ ਤੇ ਇਨਵੈਸਟਮੈਂਟ ਦੇ ਲੈਵਲ ਤੇ ਵੀ। ਸੋ ਜੇ ਸਾਰੇ ਗੁਆਂਢੀ ਮੁਲਕ ਬੈਠ ਕੇ ਸਿਰ ਜੋੜ ਕੇ ਕੋਈ ਸਹੀ ਵਿਧੀ ਕੱਢਦੇ ਆ ਵੀ ਅਫਗਾਨਿਸਤਾਨ ਦੇ ਨਾਲ ਕਿਸ ਤਰ੍ਹਾਂ ਦੇ ਸੰਬੰਧ ਰੱਖੇ ਜਾਣੇ ਚਾਹੀਦੇ ਆ ਤੇ ਇੱਕ ਦੂਜੇ ਨਾਲ ਰਲ ਕੇ ਚੱਲਦੇ ਆ ਤਾਂ ਚੰਗੀ ਗੱਲ ਹੈ। ਕਿਉਂਕਿ ਜੇ ਗੁਆਂਢ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਤੁਹਾਡਾ ਘਰ ਵੀ ਜਿਹੜਾ ਆ ਉਹ ਸੁਰੱਖਿਅਤ ਨਹੀਂ ਹੁੰਦਾ। ਸੋ ਗੁਆਂਢੀ ਮੁਲਕ ਦੇ ਵਿੱਚ ਸਰਕਾਰ ਕਿਹਦੀ ਹੈ ਕਿਹਦੀ ਨਹੀਂ ਹੈ ਇਹ ਵੱਖਰਾ ਮਾਮਲਾ ਹੁੰਦਾ, ਪਰ ਉਹਦੇ ਨਾਲ ਤਾਲਮੇਲ ਕਰਨਾ ਜਿਹੜਾ ਆ ਦੋਹਾਂ ਮੁਲਕਾਂ ਵਾਸਤੇ ਜਾਂ ਹਰ ਉਸ ਮੁਲਕ ਵਾਸਤੇ ਠੀਕ ਹੁੰਦਾ ਜਿਹੜਾ ਮੁਲਕ ਜਿਹੜਾ ਆ ਸਰਹੱਦੀ ਮੁਲਕ ਹੁੰਦਾ ਜਾਂ ਨਾਲ ਜੁੜਦਾ ਮੁਲਕ ਹੁੰਦਾ। ਸੋ ਇਹਦੀ ਕਵਾਇਦ ਜਿਹੜੀ ਹੈ ਜਾਂ ਇਹ ਜਿਹੜੀ ਐਕਸਰਸਾਈਜ਼ ਹੈ ਇਹਦੇ ਚੋਂ ਮੀਟਿੰਗ ਤੋਂ ਬਾਅਦ ਕੀ ਨਿਕਲਦਾ ਉਦੋਂ ਪਤਾ ਲੱਗੇਗਾ, ਪਰ ਸ਼ੁਰੂਆਤ ਜਿਹੜੀ ਹੈ ਉਹਨੂੰ ਠੀਕ ਕਿਹਾ ਜਾ ਸਕਦਾ ਜੀ। ਦੂਜੇ ਪਾਸੇ ਪਾਕਿਸਤਾਨ ਦੀ ਜੇ ਸਥਿਤੀ ਨੂੰ ਵੇਖੀਏ, ਪਹਿਲਾਂ ਪਾਕਿਸਤਾਨ ਨੇ ਬੜਾ ਉਤਸ਼ਾਹ ਦਿਖਾਇਆ ਸੀਗਾ, ਮਗਰੋਂ ਜਦੋਂ ਪਾਕਿਸਤਾਨ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਸਾਡਾ ਦੂਜਾ ਘਰ ਆ ਤੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਾਲਿਆਂ ਵੱਲੋਂ ਵੀ ਕੋਈ ਐਕਸ਼ਨ ਕਰਨੇ ਸ਼ੁਰੂ ਹੋ ਗਏ ਤੇ ਪਾਕਿਸਤਾਨ ਕਿਤੇ ਥੋੜ੍ਹਾ ਜਿਹਾ ਡਰ ਦੀ ਸਥਿਤੀ 'ਚ ਆ ਗਿਆ ਤੇ ਲਗਾਤਾਰ ਉਹਨਾਂ ਦੀ ਵੀ ਜਿਹੜੇ ਪੈਰ ਪਿੱਛੇ ਨੂੰ ਖਿੱਚਣੇ ਸ਼ੁਰੂ ਹੋ ਗਏ। ਇੱਕ ਵਰਡ ਦਾ ਪ੍ਰੈਸ਼ਰ ਹੁੰਦਾ ਜੀ, ਤੇ ਦੂਸਰਾ ਪਹਿਲਾਂ ਹੀ UN ਦੇ ਵਿੱਚ ਜਿਹੜਾ ਆ ਉਹ ਗ੍ਰੇ ਜਿਹੜੀ ਹੈਗੀ ਲਿਸਟ ਉਹਦੇ ਵਿੱਚ ਪਿਆ ਹੋਇਆ ਪਾਕਿਸਤਾਨ ਆ। 21 ਤਰੀਕ ਨੂੰ ਉੱਤੇ ਫਿਰ ਫੈਸਲਾ ਹੋਣ ਵਾਲਾ ਆ। ਕਿਹਾ ਜਾ ਰਿਹਾ ਹੈ ਕਿ ਇਹ ਫਿਰ ਅੱਗੇ ਵੱਧ ਸਕਦੀ ਆ। ਕਈ ਮੁਲਕ ਨਹੀਂ, ਖਾਸ ਕਰਕੇ ਭਾਰਤ ਚਾਹੁੰਦਾ ਆ ਕਿ ਪਾਕਿਸਤਾਨ ਨੂੰ ਬਲੈਕ ਲਿਸਟ ਵਿੱਚ ਪਾ ਦਿੱਤਾ ਜਾਵੇ। ਹਰ ਵਾਰੀ ਕੋਸ਼ਿਸ਼ ਹੁੰਦੀ ਆ ਪਰ ਕਿਸੇ ਨਾ ਕਿਸੇ ਤਰ੍ਹਾਂ ਚਾਈਨਾ ਵੱਲੋਂ ਜਾਂ ਕੁਝ ਕਾਰਨਾਂ ਕਰਕੇ ਬਚਾਅ ਹੋ ਜਾਂਦਾ ਤੇ ਉਹ ਗ੍ਰੇ ਲਿਸਟ ਚੱਲਿਆ ਆ ਰਿਹਾ ਕਈ ਚਿਰ ਤੋਂ। ਤੇ ਪਾਕਿਸਤਾਨ ਅਗਰ ਜੇ ਬਲੈਕ ਲਿਸਟ 'ਚ ਆ ਜਾਂਦਾ ਤੇ ਜਿਹੜਾ ਥੋੜ੍ਹਾ ਬਹੁਤਾ ਉਹਨਾਂ ਨੂੰ ਕੋਈ ਰਾਹਤ ਮਿਲਦੀ ਹੈ ਬਾਹਰਲੇ ਮੁਲਕਾਂ 'ਚੋਂ ਬੰਦ ਹੋ ਜਾਣੀ ਆ ਤੇ ਆਰਥਿਕ ਹਾਲਤ ਪਾਕਿਸਤਾਨ ਦੀ ਬਹੁਤ ਮੰਦੀ ਦੱਸ ਰਿਹਾ।
ਜਿਹਨੂੰ ਲੈ ਕੇ ਚਿੰਤਾ ਜਿਹੜੀ ਆ ਉਹ ਬਣੀ ਹੋਈ ਆ। ਇੱਕ ਬਿੱਲ ਪਿਛਲੇ ਦਿਨੀ ਜਿਹੜਾ ਆ ਉਹ ਅਮਰੀਕਨ ਸਦਨ ਦੇ ਵਿੱਚ ਵੀ ਆਇਆ ਆ, ਉਹਦੇ ਤੇ ਜੇ ਫੈਸਲਾ ਕੋਈ ਨਹੀਂ ਹੋਇਆ ਕਿ ਪਾਕਿਸਤਾਨ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਜਾਵੇ। ਜੇ ਇਸ ਤਰ੍ਹਾਂ ਹੁੰਦਾ, ਕਿਉਂਕਿ ਪਾਕਿਸਤਾਨ ਦੀ ਲੌਬੀ ਕਰਨ ਵਾਲੇ ਵੀ ਬਹੁਤ ਸਾਰੇ ਸੈਨੇਟਰ ਵਗੈਰਾ ਅਮਰੀਕਾ 'ਚ ਹੈ ਜਿਹੜੇ ਇਦਾਂ ਹੋਣ ਨਹੀਂ ਦੇਣਗੇ, ਸਾਨੂੰ ਪਤਾ ਹੈ। ਪਰ ਜੇ ਇਦਾਂ ਕਿਤੇ ਹੋ ਜਾਂਦਾ ਹੈ ਤੇ ਫਿਰ ਪਾਕਿਸਤਾਨ ਜਿਹੜਾ ਆ ਉਹਦੀ ਹਾਲਤ ਬਹੁਤ ਮੰਦੀ ਹੋ ਸਕਦੀ ਆ। ਪਾਕਿਸਤਾਨ ਦੀ ਸਟੇਟ ਟੁੱਟਣ ਤੱਕ ਦੀਆਂ ਸੰਭਾਵਨਾਵਾਂ ਕਹਿੰਦੇ ਬਣ ਸਕਦੀਆਂ ਨੇ, ਜੋ ਅਮਰੀਕਾ ਨਹੀਂ ਚਾਹੇਗਾ ਕਿ ਇੱਕ ਹੋਰ ਨਵਾਂ ਮਸਲਾ ਉਸ ਖਿੱਤੇ 'ਚ ਖੜਾ ਹੋ ਜਾਵੇ। ਸੋ ਇਹ ਜਿਹੜੇ ਹਾਲਾਤ ਬਣੇ ਹੋਏ ਆ, ਇਹਨਾਂ ਤੇ ਭਾਰਤ ਵੀ ਨਿਗਾਹ ਰੱਖ ਰਿਹਾ, ਤੁਸੀਂ ਐਜ ਏ ਜਰਨਲਿਸਟ ਵੀ ਨਿਗਾਹ ਰੱਖਦੇ ਹੋਵੋਗੇ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰਾ ਜਿਹੜਾ ਖਲਜਗਣ ਹੈ, ਇਹਦੇ 'ਚੋਂ ਸਾਰੇ ਮੁਲਕ ਜਿਹੜੇ ਆ ਉਹ ਕਿਸ ਤਰ੍ਹਾਂ ਬਚ ਕੇ ਨਿਕਲ ਸਕਦੇ ਆ ਜੇ ਇੱਕ ਦੂਜੇ ਨਾਲ ਪ੍ਰੋਪਰ ਤਾਲਮੇਲ ਕਰਨ ਤੇ ਇੱਕ ਦੂਜੇ ਪ੍ਰਤੀ ਜਿਹੜੀਆਂ ਇਹ ਸ਼ਰਾਰਤਾਂ ਨੇ ਉਹ ਬੰਦ ਕਰ ਦੇਣ? ਜਿਵੇਂ ਲਗਾਤਾਰ ਕਸ਼ਮੀਰ 'ਚ ਪਾਕਿਸਤਾਨ ਵੱਲੋਂ ਹੁੰਦਾ ਤੇ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ ਬਲੋਚਿਸਤਾਨ 'ਚ ਰਾਵ ਆਪਰੇਟ ਹੁੰਦੀ ਆ, ਹੋਰ ਵੀ ਮੁਲਕਾਂ ਦੀਆਂ ਏਜੰਸੀਆਂ ਕਰਦੀਆਂ ਹੋਣਗੀਆਂ, ਪਰ ਜਿਹੜੀ ਸਾਡੀ ਰਾਈਵਲਰੀ ਆ, ਦੁਸ਼ਮਣੀ ਆ ਕਿਤੇ ਨਾ ਕਿਤੇ ਬਣੀ ਹੋਈ, ਉਹ ਬੜੀ ਚੁੱਭਦੀ ਆ ਕਿਉਂਕਿ ਸਾਡਾ ਸਾਰਾ ਕੁਝ ਇਕੱਠਾ ਆ। ਅਸੀਂ ਇੱਕੋ ਬੋਲੀ ਬੋਲਦੇ ਆ, ਇੱਕੋ ਦੇਸ਼ ਹੁੰਦੇ ਸੀ ਕਦੀ, ਤੇ ਇੱਕੋ ਜਿਹਾ ਹੀ ਸਾਡਾ ਸਾਰਾ ਕੁਝ ਹੈ, ਰਹਿਣ ਸਹਿਣ। ਪਰ ਜਿਹੜੀਆਂ ਸਰਕਾਰਾਂ ਨੇ ਲਗਾਤਾਰ ਉਹਨਾਂ ਨੇ ਸਾਨੂੰ ਵੰਡ ਕੇ ਰੱਖਿਆ ਹੋਇਆ। ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ, ਖਾਸ ਤੌਰ ਦੇ ਉੱਤੇ ਆਰਥਿਕ ਪਾਬੰਦੀਆਂ ਜਿਹੜੀਆਂ ਕਿਸੇ ਮੁਲਕ ਤੇ ਲੱਗਣੀਆਂ, ਉਹਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉੱਥੋਂ ਦੀ ਸਰਕਾਰ ਜਿਹੜੀ ਹੈ ਉਹਦੇ ਵਾਸਤੇ ਦਿੱਕਤ ਹੋ ਸਕਦੀ ਹੈ, ਪਰ ਅਸਲੀ ਦਿੱਕਤ ਉੱਥੋਂ ਦੇ ਲੋਕਾਂ ਵਾਸਤੇ ਹੈ। ਕਿਉਂਕਿ ਜੇ ਤੁਸੀਂ ਆਰਥਿਕ ਨਾਕੇਬੰਦੀ ਕਰ ਦਿੰਦੇ ਹੋ ਤਾਂ ਫਿਰ ਜਿਹੜਾ ਉੱਥੋਂ ਦਾ ਆਵਾਮ ਪਹਿਲਾਂ ਹੀ ਬਹੁਤ ਵੱਡੀਆਂ ਮੁਸੀਬਤਾਂ ਵਿੱਚੋਂ ਲੰਘ ਰਿਹਾ, ਉਹਨਾਂ ਦੀਆਂ ਮੁਸੀਬਤਾਂ 'ਚ ਹੋਰ ਵਾਧਾ ਹੋਏਗਾ। ਸੋ ਮੈਂ ਨਿੱਜੀ ਤੌਰ ਦੇ ਉੱਤੇ ਵੀ ਤੇ ਉਂਝ ਵੀ ਇਸ ਤਰ੍ਹਾਂ ਦੀਆਂ ਪਾਬੰਦੀਆਂ ਜਿਹੜੀਆਂ ਆ ਉਹਦੇ ਬਹੁਤਾ ਹੱਕ 'ਚ ਨਹੀਂ ਹੈ। ਅਸੀਂ ਦੇਖਿਆ ਕਿ ਇਤਿਹਾਸ ਦੇ ਵਿੱਚ ਬਹੁਤ ਵਾਰ ਵੱਖ-ਵੱਖ ਮੁਲਕਾਂ ਤੇ ਇਸ ਤਰ੍ਹਾਂ ਦੀ ਆਰਥਿਕ ਨਾਕੇਬੰਦੀ ਕੀਤੀ ਗਈ ਹੈ ਤੇ ਉਹਦੇ ਨੁਕਸਾਨ ਜਿਹੜੇ ਆ ਦੂਰ ਤੱਕ ਜਿਹੜੇ ਹੋਏ ਆ। ਤੇ ਚਾਹੀਦਾ ਇਹ ਹੈ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਦੋਂ ਹੁਣ ਅਸੀਂ ਦੇਖ ਰਹੇ ਹਾਂ ਕਿ ਇੱਕ ਮੀਟਿੰਗ ਦੇ ਬਹਾਨੇ ਭਾਵੇਂ ਇਹਨਾਂ ਮੁਲਕਾਂ ਨੇ ਇਕੱਠੇ ਹੋਣਾ ਹੈ, ਪਰ ਜਿੰਨੇ ਵੀ ਗੁਆਂਢੀ ਮੁਲਕ ਹੈ ਤੇ ਖਾਸ ਤੌਰ ਤੇ ਭਾਰਤ ਪਾਕਿਸਤਾਨ, ਇਹਨਾਂ ਦੇ ਜਿਹੜੀ ਆਪਸੀ ਰਿਲੇਸ਼ਨ ਹੈ ਉਹ ਬਿਹਤਰ ਕਰਨ ਦੀ ਜ਼ਰੂਰਤ ਹੈ, ਆਦਾਨ ਪ੍ਰਦਾਨ ਵਧਾਉਣ ਦੀ ਜ਼ਰੂਰਤ ਹੈ, ਚਾਹੇ ਉਹ ਕਲਚਰਲ ਦੇ ਲੈਵਲ ਤੇ ਹੋਵੇ ਜਾਂ ਉਹ ਕਹਿ ਲਓ ਵੀ ਕਾਰੋਬਾਰੀ ਲਿਹਾਜ਼ ਦੇ ਨਾਲ ਹੋਵੇ। ਤੇ ਤੀਜੀ ਗੱਲ ਹੈ ਕਿ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਹੈਗੀਆਂ, ਜਿਹੜੀਆਂ ਇੱਕ ਦੂਜੇ ਮੁਲਕ ਨੂੰ ਇਤਰਾਜ਼ ਹੈ ਇੱਕ ਦੂਜੇ ਉੱਤੇ, ਜਿੱਦਾਂ ਤੁਸੀਂ ਬਲੋਚਿਸਤਾਨ ਦਾ ਜ਼ਿਕਰ ਕੀਤਾ, ਇੱਧਰ ਕਸ਼ਮੀਰ ਹੈ, ਇੱਦਾਂ ਦੀਆਂ ਐਕਟੀਵਿਟੀਜ਼ ਜੇ ਕਿਤੇ ਹੋ ਰਹੀਆਂ, ਜੇ ਇਹਦੇ 'ਚ ਇਨਵੋਲਵਮੈਂਟ ਹੈ ਏਜੰਸੀਆਂ ਦੀ, ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਤੇ ਇਸ ਤੋਂ ਪਹਿਲਾਂ ਕਿ ਹਾਲਾਤ ਜਿਹੜੇ ਆ ਹੱਥੋਂ ਬਾਹਰ ਚਲੇ ਜਾਣ, ਉਹਦੇ ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਖਾਸ ਤੌਰ ਦੇ ਉੱਤੇ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਪ੍ਰਤੀ ਤੁਸੀਂ ਨੀਤੀਆਂ ਘੜਦੇ ਹੋ ਵੀ ਕਿਹੜੇ ਮੁਲਕ ਦੇ ਨਾਲ ਕਿਸ ਤਰੀਕੇ ਦਾ ਬਿਹੇਵ ਤੁਸੀਂ ਕਰਨਾ, ਉਹਦੇ ਤੇ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ। ਪਾਕਿਸਤਾਨ ਨੂੰ ਵਿਸ਼ੇਸ਼ ਤੌਰ ਦੇ ਉੱਤੇ, ਭਾਰਤ ਨੂੰ ਵੀ ਲਾਜ਼ਮੀ ਹੈ। ਸੋ ਮੁਲਕ ਜਿਹੜੇ ਆ ਉਹ ਸਹੀ ਢੰਗ ਨਾਲ ਚੱਲਣ, ਦੂਜੇ ਮੁਲਕਾਂ ਨਾਲ ਉਹਨਾਂ ਦੇ ਸੰਬੰਧ ਸਹੀ ਰਹਿਣ ਤੇ ਆਰਥਿਕ ਜਿਹੜੀਆਂ ਨਾਕੇਬੰਦੀਆਂ ਉਹਦੇ ਤੋਂ ਗਰੇਜ਼ ਹੋਵੇ। ਸਧਾਰਨ ਵਿਅਕਤੀ ਜਿਹੜਾ ਆ ਕਿਸੇ ਵੀ ਮੁਲਕ ਦਾ, ਆਮ ਬੰਦਾ ਜਿਹੜਾ, ਉਹ ਪਹਿਲਾਂ ਜਿਹੜੀ ਮੁਸੀਬਤ ਚੋਂ ਲੰਘ ਰਿਹਾ ਉਹ ਮੁਸੀਬਤ 'ਚ ਵਾਧਾ ਨਾ ਹੋਵੇ, ਇਸ ਗੱਲ ਦੀ ਉਮੀਦ ਕਰਨੀ ਚਾਹੀਦੀ ਹੈ। ਤੇ ਇਹਦੇ ਲਈ ਜ਼ਰੂਰ ਹੈ ਕਿ ਸਰਕਾਰਾਂ ਜਿਹੜੀਆਂ ਆ ਆਪਣੀਆਂ ਨੀਤੀਆਂ ਵੀ ਬਦਲ ਲੈਣ ਤੇ ਜਿਹੜੇ ਨੀਅਤ ਦੇ ਵਿੱਚ ਜਿਹੜੇ ਖੋਟ ਨੇ ਉਹ ਵੀ ਦੂਰ ਕਰ ਦੇਣ। ਜੀ ਦਸਾਂਝ ਸਾਹਿਬ, ਆਪਾਂ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕਰਦੇ ਰਹਿੰਦੇ ਆ, ਅਕਸਰ ਆਪਣੇ ਪ੍ਰੋਗਰਾਮਾਂ 'ਚ ਆਪਾਂ ਵੀ ਕਰਦੇ ਆ, ਮੈਂ ਵੀ ਗੱਲ ਕਰਦਾ ਰਹਿਣਾ, ਤਾਂ ਤੁਹਾਨੂੰ ਵੀ ਲੱਗਦਾ ਹੈ ਕਿ ਜਿਹੜੇ ਪੱਤਰਕਾਰ ਭਾਈਚਾਰਾ ਆ ਉਹ ਕਾਫੀ ਗਿਰਾਵਟ ਵਾਲੇ ਪਾਸੇ ਗਿਆ, ਔਰ ਕਈ ਵਾਰ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੱਕ ਦੌੜ ਲੱਗੀ ਆ, ਰੈਟ ਰੇਸ, ਤੇ ਉਹਦੇ ਵਿੱਚ ਅੱਗੇ ਅੱਗੇ ਵੱਧ ਕੇ ਆਪਣੀ ਗੱਲ ਕਹਿਣ ਦੇ ਚੱਕਰ 'ਚ ਕਈ ਵਾਰ ਜਿਹੜੇ ਜਰਨਲਿਜ਼ਮ ਦੇ ਬੇਸਿਕ ਅਸੂਲ ਨੇ ਉਹਨਾਂ ਨੂੰ ਤਲਾਂਜਲੀ ਦੇ ਦਿੱਤੀ ਜਾਂਦੀ ਆ, ਔਰ ਹੁੰਦਾ ਇੱਦਾਂ ਹੀ ਆ। ਪਰ ਕਦੀ ਕਦੀ ਕੋਈ ਚੰਗੀ ਖਬਰ ਆਉਂਦੀ ਆ, ਜਿੱਦਾਂ ਹੁਣ ਪੰਜਾਬੀ ਟ੍ਰਿਬਿਊਨ ਦੇ ਜਿਹੜੇ ਨੇ ਜਪਿੰਦਰਜੀਤ ਸਿੰਘ ਹਰਾਂ ਨੇ 2 ਦਿਨ ਪਹਿਲਾਂ ਖਬਰ ਜਿਹੜੀ ਆ ਉਹ ਬ੍ਰੇਕ ਕੀਤੀ ਸੀਗੀ ਕਿ ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਇੱਕ ਜਾਲ ਬੁਣ ਰਹੀ ਸੀ, ਜਿਹਦੇ ਵਿੱਚ ਨਿਹੰਗ ਸਿੰਘਾਂ ਦੇ ਰਾਹੀਂ ਕੋਈ ਗੜਬੜ ਜਿਹੜੀ ਕਰਾਉਣ ਦੀ ਸੰਭਾਵਨਾ ਬਣੀ ਹੋਈ ਸੀਗੀ, ਜਿਹਦੇ ਵਿੱਚ ਪਿੰਕੀ ਕੈਟ ਵਾਲੀ ਖਬਰ ਤੇ ਅਮਨ ਸਿੰਘ ਨਿਹੰਗ ਜਿਹੜਾ ਹੈਗਾ ਉਹਦੀ ਸ਼ਮੂਲੀਅਤ ਦੱਸੀ ਜਾ ਰਹੀ ਸੀ। ਤੇ ਅੱਜ ਫਿਰ ਉਹਨਾਂ ਨੇ ਕਾਫੀ ਸਾਰੀ ਡਿਟੇਲ ਦੇ ਵਿੱਚ ਖਬਰ ਸਾਂਝੀ ਕੀਤੀ ਆ ਕਿ ਨਿਹੰਗ
ਇਸ ਤਰੀਕੇ ਨਾਲ ਖਬਰ ਆਈ ਕਿ ਉਹਨਾਂ ਨੂੰ ਮੰਨਣਾ ਪੈ ਗਿਆ ਕਿ ਸਰਕਾਰ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸੀ, ਨਿਹੰਗ ਸਿੰਘਾਂ ਨੂੰ ਘੋੜੇ ਦੇਣ ਦੀ ਆਫਰ ਕੀਤੀ ਸੀ, ਔਰ ਪਿੰਕੀ ਵਰਗੇ ਇੱਕ ਸ਼ਾਤਰ ਜਿਹੜਾ ਕੈਟ ਰਿਹਾ ਬੰਦਾ, ਜਿਹੜਾ ਨਿਹੰਗਾਂ ਦੇ ਪਹਿਲਾਂ ਵੀ ਸੰਪਰਕ 'ਚ ਰਿਹਾ ਸੀ, ਜਦੋਂ ਪੂਲਾ ਨਿਹੰਗ ਤੁਸੀਂ ਜਾਣਦੇ ਹੋ ਉਹਦੀ ਸਟੋਰੀ ਸਾਰੀ, ਮਾਝੇ ਵਾਲੇ ਲੋਕ ਤੇ ਬੜੇ ਉਹਦੇ ਰਗ ਰਗ ਤੋਂ ਵਾਕਿਫ ਸੀ ਵੀ ਕਿੰਨੇ ਗੰਦੇ ਤਰੀਕੇ ਨਾਲ ਉਸ ਵਿਅਕਤੀ ਨੇ ਉਸ ਇਲਾਕੇ 'ਚ ਆਪਣੀ ਦਹਿਸ਼ਤ ਰਪਾਈ ਹੋਈ ਸੀਗੀ ਤੇ ਪੁਲਿਸ ਉਹਨੂੰ ਕਿਸ ਤਰ੍ਹਾਂ ਯੂਜ਼ ਕਰਦੀ ਸੀਗੀ। ਸੋ ਨਿਹੰਗ ਸਿੰਘਾਂ ਨੂੰ ਲਗਾਤਾਰ ਵਰਤਣ ਵਾਲਾ ਕੰਮ ਜਿਹੜਾ ਪਿਛਲੀ ਸਰਕਾਰ ਵੀ ਕਰਦੀ ਰਹੀ ਆ, ਭਾਵੇਂ 84 ਦੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੰਤਾ ਸਿੰਘ ਨੂੰ ਵਰਤਿਆ ਗਿਆ, ਜਾਂ ਹੋਰ ਵੀ ਕਈ ਐਸੀਆਂ ਘਟਨਾਵਾਂ ਹੁੰਦੀਆਂ ਰਹੀਆਂ ਨੇ। ਸੋ ਇਹ ਜਿਹੜਾ ਪਰਦਾ ਚੁੱਕਿਆ ਆ ਇਸ ਪੱਤਰਕਾਰ ਵੀਰ ਨੇ, ਜਪਿੰਦਰਜੀਤ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ, ਤੇ ਇਹ ਬਹੁਤ ਇੱਕ ਚੰਗਾ ਕਦਮ ਹੈ। ਮੇਰਾ ਜੀ ਕਰਦਾ ਹੈ ਕਿ ਉਸ ਵਿਅਕਤੀ ਦੀ ਅੱਜ ਅਸੀਂ ਥੋੜੀ ਜਿਹੀ ਸਿਫਤ ਵੀ ਕਰੀਏ ਤੇ ਉਸ ਅਖਬਾਰ ਸਮੂਹ ਦੀ ਵੀ ਸਿਫਤ ਕਰੀਏ ਜਿਨੇ ਧੜਕ ਹੋ ਕੇ ਇਹ ਖਬਰ ਜਿਹੜੀ ਆ ਬ੍ਰੇਕ ਕੀਤੀ ਸੀ। ਦੇਖੋ, ਜਿਹੜੀ ਇਹ ਫੋਟੋ ਜਾਰੀ ਹੋਈ ਹੈ, ਜਿਹੜੀ ਖਾਸ ਤੌਰ ਤੇ ਨਰਿੰਦਰ ਤੋਮਰ ਦੇ ਨਾਲ ਮੀਟਿੰਗ ਦੀ ਹੈ, ਉਹ ਜਿਹੜਾ ਨਿਹੰਗ ਹੈ ਅਮਨ ਸਿੰਘ, ਉਹਦੀ ਤੇ ਗੁਰਮੀਤ ਪਿੰਕੀ, ਜਿਹਨੂੰ ਪਿੰਕੀ ਕੈਟ ਵੀ ਕਿਹਾ ਜਾਂਦਾ ਹੈ, ਫੋਟੋ ਤਾਂ ਸੰਯੁਕਤ ਕਿਸਾਨ ਮੋਰਚੇ ਨੇ 3 ਦਿਨ ਪਹਿਲਾਂ ਜਾਰੀ ਕੀਤੀ ਸੀ, ਜਿਹਨੂੰ ਬਾਅਦ ਵਿੱਚ ਛਾਇਆ ਕੀਤਾ ਪੰਜਾਬੀ ਟ੍ਰਿਬਿਊਨ ਨੇ। ਜਪਿੰਦਰਜੀਤ ਉਹਨਾਂ ਦੀ ਰਿਪੋਰਟ ਜਿਹੜੀ ਉਹਦੇ ਨਾਲ ਜੁੜੀ, ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਬਦਲੀਆਂ, ਉਹ ਥੋੜਾ ਕਿਤੇ ਨਾ ਕਿਤੇ ਤਸੱਲੀ ਦੇਣ ਵਾਲੀ ਗੱਲ ਹੈ, ਕਿਉਂਕਿ ਪਹਿਲੇ 3 ਦਿਨ ਜਦੋਂ ਇਹ ਮਰਡਰ ਹੋਇਆ ਸਿੱਧੂ ਬਾਰਡਰ ਦੇ ਉੱਤੇ, ਉਸ ਤੋਂ ਬਾਅਦ ਪਹਿਲੇ 3 ਦਿਨ ਸਾਰਾ ਜਿਹੜਾ ਮੀਡੀਆ ਆ, ਖਾਸ ਤੌਰ ਤੇ ਮੋਦੀ ਮੀਡੀਆ, ਉਹਨਾਂ ਨੇ ਅੱਤ ਚੱਕ ਲਈ, ਮਤਲਬ ਕਿਸਾਨ ਅੰਦੋਲਨ ਦੇ ਖਿਲਾਫ ਏਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਇਹ ਕਿਸਾਨ ਅੰਦੋਲਨ ਜਿਹੜਾ ਆ, ਇਹੀ ਸਾਰਾ ਕੁਝ ਇੱਥੇ ਹੋ ਰਿਹਾ ਤੇ ਇਹ ਕਰਵਾ ਰਹੇ ਆ। ਤੇ ਉਹ ਜਾਨੀ 26 ਜਨਵਰੀ ਦੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਸੀ, ਉਸ ਤਰ੍ਹਾਂ ਦੀ ਸਥਿਤੀ ਫੇਰ ਤੋਂ ਪੈਦਾ ਕਰ ਦਿੱਤੀ ਗਈ ਸੀ, ਤੇ ਡਰ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਕਿਸਾਨ ਅੰਦੋਲਨ ਜਿਹੜਾ ਆ ਫੇਰ ਤੋਂ ਬੈਕਫੁੱਟ ਤੇ ਚਲਾ ਗਿਆ। ਪਰ ਜਦੋਂ ਇਹ ਤਸਵੀਰ ਵਾਇਰਲ ਹੋਈ ਤੇ ਫਿਰ ਪੰਜਾਬੀ ਟ੍ਰਿਬਿਊਨ ਨੇ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਛਾਪਿਆ, ਤੇ ਉਸ ਤੋਂ ਬਾਅਦ ਜਿਹੜੀ ਭਾਰਤੀ ਜਨਤਾ ਪਾਰਟੀ ਬਹੁਤ ਹਮਲਾਵਰ ਸੀ ਸੰਯੁਕਤ ਕਿਸਾਨ ਮੋਰਚੇ ਤੇ ਜਾਂ ਕਿਸਾਨ ਅੰਦੋਲਨ ਦੇ ਖਿਲਾਫ, ਜਾਂ ਮੋਦੀ ਮੀਡੀਆ, ਉਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ। ਤੇ ਹੁਣ ਹਾਲਤ ਇਹ ਹੈ ਕਿ ਮੋਰਚਾ ਖਿੰਡਦਾ ਫੇਰ ਤੋਂ ਬਚ ਗਿਆ। ਮੇਰਾ ਕਿਸੇ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਹੈ ਗਿੱਲ ਸਾਹਿਬ ਜੀ, ਔਰ ਉਹਦੇ ਬਾਵਜੂਦ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਸ ਤਰ੍ਹਾਂ ਦਾ ਸਾਡਾ ਮੁਲਕ ਹੈ, 140 ਕਰੋੜ ਦੀ ਆਬਾਦੀ ਹੈ, ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਤੇ ਕਈ ਵਾਰੀ ਇਹ ਲੱਗਦਾ ਹੈ ਕਿ ਸ਼ਾਇਦ ਕੋਈ ਰੱਬ ਹੈ ਜਿਹੜਾ ਇਸ ਮੁਲਕ ਨੂੰ ਚਲਾ ਰਿਹਾ ਹੈ। ਤੇ ਹੁਣ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਰ-ਬਾਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਕਿਸਾਨ ਮੋਰਚੇ ਦੇ ਖਿਲਾਫ, ਤੇ ਬਾਰ-ਬਾਰ ਕਿਸਾਨ ਮੋਰਚਾ ਜਿੱਦਾਂ ਉਹਦੇ ਚੋਂ ਬਚ ਕੇ ਨਿਕਲਿਆ ਉਹਨਾਂ ਸਾਜ਼ਿਸ਼ਾਂ ਚੋਂ, ਤੇ ਤਾਜ਼ਾ ਜਿਹੜੀ ਸਾਜ਼ਿਸ਼ ਸੀ ਉਹ ਚੋਂ ਵੀ ਜਿੱਦਾਂ ਇਹ ਬਚ ਕੇ ਨਿਕਲਿਆ, ਤੇ ਮੈਨੂੰ ਲੱਗਦਾ ਕਿ ਸ਼ਾਇਦ ਰੱਬ ਨੇ ਹੱਥ ਦੇ ਕੇ ਬਚਾ ਲਿਆ ਇਸ ਕਿਸਾਨ ਮੋਰਚੇ ਨੂੰ। ਨਹੀਂ ਤਾਂ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਗਏ ਸੀ ਕਿ ਸਾਰਾ ਕੁਝ ਕਿਸਾਨਾਂ ਦੇ ਉੱਤੇ, ਕਿਸਾਨਾਂ ਦੀਆਂ ਜਥੇਬੰਦੀਆਂ ਜਾਂ ਉਹਨਾਂ ਦੀ ਲੀਡਰਸ਼ਿਪ ਤੇ ਮੜ ਦਿੱਤਾ ਗਿਆ ਸੀ। ਪਰ ਹੁਣ ਜਦ ਸੱਚ ਸਾਹਮਣੇ ਆਇਆ, ਪਤਾ ਲੱਗਾ ਵੀ ਇਹਦੇ ਪਿੱਛੇ ਕਿੰਨੀ ਵੱਡੀ ਸਾਜ਼ਿਸ਼ ਹੈ, ਤਾਂ ਸਾਹ ਆਇਆ, ਤੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਹ ਵੀ ਹਮਲਾਵਰ ਹੋਈਆਂ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੇ ਵੀ ਬਕਾਇਦਾ ਇਹਦੇ ਤੇ ਪ੍ਰੈਸ ਕਾਨਫਰੰਸ ਕੀਤੀ ਤੇ ਇਹ ਗੱਲ ਕਹੀ ਵੀ ਜਿਹੜਾ ਇਹ ਕਤਲ ਹੋਇਆ ਜਾਂ ਮਰਡਰ ਹੋਇਆ, ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਸਾਜ਼ਿਸ਼ ਸੀ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਪਹਿਲੇ ਦਿਨ ਹੀ ਬੜੀ ਬੈਲੈਂਸ ਜਿਹੜੀ ਹੈ ਇੱਕ ਸਟੇਟਮੈਂਟ ਦਿੱਤੀ ਸੀ, ਜਾਂ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਸੀ ਵੀ ਕਿਸੇ ਵੀ ਕਿਸਮ ਦੀ ਬੇਅਦਬੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਰਿਐਕਸ਼ਨ ਦੇ ਵਿੱਚ ਕਿਸੇ ਦਾ ਕਤਲ ਕਰ ਦੇਣਾ, ਇਹ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਤੇ ਕਾਨੂੰਨ ਨੂੰ ਆਪਣੇ ਮੁਤਾਬਕ ਜਿਹੜਾ ਕੰਮ ਕਰਨਾ ਚਾਹੀਦਾ ਹੈ। ਹੁਣ ਇਹ ਅਮਨ ਸਿੰਘ ਦੀਆਂ ਤਸਵੀਰਾਂ ਪਿੰਕੀ ਕੈਟ ਦੇ ਨਾਲ, ਨਰਿੰਦਰ ਤੋਮਰ ਦੇ ਨਾਲ, ਤੇ ਉਸ ਤੋਂ ਬਾਅਦ ਉਹਦਾ ਮੰਨ ਲੈਣਾ, ਭਾਵੇਂ ਕੱਲ ਮੈਂ ਉਹਨੂੰ ਸੁਣ ਰਿਹਾ ਸੀ, ਉਹਨੂੰ ਨਾ ਤਾਂ ਕੋਈ ਤਰਕ ਹੈ ਉਹਦੇ ਕੋਲ, ਨਾ ਕੋਈ ਕਿਸੇ ਕਿਸਮ ਦੀ ਦਲੀਲ ਹੈ। ਉਹ ਬੰਦਾ ਇਹੀ ਕਹੀ ਜਾਂਦਾ ਸੀ ਤੁਸੀਂ ਆ ਜਾਓ ਸਿੰਘੂ ਬਾਰਡਰ ਦੀ ਤੇ ਆ ਕੇ ਦੇਖ ਲਓ, ਅਸੀਂ ਕੱਲੀ ਚੀਜ਼ ਦਾ ਜਵਾਬ ਤੁਹਾਨੂੰ ਦਿਆਂਗੇ।
ਪਰ ਉਹ ਇਹ ਨਹੀਂ ਸੀ ਦੱਸ ਰਿਹਾ ਕਿ ਇਹ ਮੀਟਿੰਗ ਤੁਹਾਡੀ ਕਦੋਂ ਹੋਈ ਹੈ ਨਰਿੰਦਰ ਤੋਮਰ ਦੇ ਨਾਲ, ਤੇ ਇਸ ਮੀਟਿੰਗ ਦਾ ਮਕਸਦ ਕੀ ਹੈ। ਪਰ ਸ਼ਾਮ ਹੁੰਦਿਆਂ ਹੁੰਦਿਆਂ ਇਹ ਖਬਰ ਆਈ ਵੀ ਉਹਨੇ ਇਹ ਗੱਲ ਤਾਂ ਮੰਨੀ ਵੀ 10 ਲੱਖ ਰੁਪਏ ਦੀ ਪੇਸ਼ਕਸ਼ ਹੋਈ, ਘੋੜਿਆਂ ਦੀ ਪੇਸ਼ਕਸ਼ ਹੋਈ ਕਿ ਧਰਨਾ ਚੁਕਵਾ ਦਿਓ। ਤੇ ਭਾਵੇਂ ਦਾਅਵਾ ਉਹਦਾ ਇਹ ਹੈ ਕਿ ਅਸੀਂ ਇਹ ਪੇਸ਼ਕਸ਼ ਮੰਨੀ ਨਹੀਂ, ਵੀ ਅਸੀਂ ਤਾਂ ਮੰਗਾਂ ਰੱਖੀਆਂ ਜੀ, ਤਿੰਨੇ ਖੇਤੀ ਕਾਨੂੰਨ ਵਾਪਸ ਲਓ ਜੀ, MSP ਦਾ ਕਾਨੂੰਨ ਲਾਗੂ ਕਰੋ ਜੀ, ਜੇ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਓ। ਵੀ ਅਸੀਂ ਤਾਂ ਇਹ ਮੰਗ ਰੱਖੀ ਸੀ, ਸਾਨੂੰ ਆਫਰ ਹੋਈ 10 ਲੱਖ ਦੀ ਤੇ ਘੋੜਿਆਂ ਦੀ, ਪਰ ਅਸੀਂ ਉਹ ਮੰਨੀ ਨਹੀਂ। ਅਸੀਂ ਤਾਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਚਿੱਠੀਆਂ ਲਿਖੀਆਂ, ਇਹ ਗੱਲ ਉਹਨੇ ਕਹੀ ਹੈ। ਪਰ ਇਸ ਗੱਲ ਦਾ ਕੀ ਹੁਣ ਮਤਲਬ ਹੈ, ਕਿਉਂਕਿ ਉਹ ਮੀਟਿੰਗ ਕੇਵਲ ਗੱਲ 'ਚ ਸਿਰੋਪਾਏ ਪਾਉਣ ਤੱਕ ਸੀਮਤ ਨਹੀਂ ਸੀ। ਉਸ ਮੀਟਿੰਗ ਤੋਂ ਬਾਅਦ ਬਕਾਇਦਾ ਡਿਨਰ ਕੀਤਾ, ਲੰਚ ਕੀਤਾ ਗਿਆ, ਮਤਲਬ ਡਾਈਨਿੰਗ ਟੇਬਲ ਤੇ ਬੈਠ ਕੇ ਭੋਜਨ ਛਕਦੇ ਹੋਏ ਦਿਖਾਈ ਗਏ। ਇੱਕ ਪਾਸੇ ਕਿਸਾਨ, ਜਦੋਂ ਕਿਸਾਨ 11-12 ਮੀਟਿੰਗਾਂ ਦੇ ਵਿੱਚ ਸਰਕਾਰ ਦੇ ਨਾਲ ਗਏ ਗੱਲਬਾਤ ਕਰਨ, ਉਹਨਾਂ ਨੂੰ ਉੱਥੇ ਖਾਣੇ ਦੀ ਆਫਰ ਹੋਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਸਰਕਾਰ ਦਾ ਖਾਣਾ ਨਹੀਂ ਖਾਣਾ, ਗੁਰੂ ਘਰ ਤੋਂ ਆਇਆ ਲੰਗਰ ਉਹਨਾਂ ਨੇ ਛਕਿਆ ਥੱਲੇ ਬੈਠ ਕੇ। ਇਹ ਤਸਵੀਰਾਂ ਹਾਲੇ ਵੀ ਤੁਸੀਂ ਦੇਖ ਸਕਦੇ ਹੋ। ਇੱਕ ਪਾਸੇ ਕਿਸਾਨ ਸੀਗੇ ਇਸ ਤਰ੍ਹਾਂ, ਮਤਲਬ ਸਰਕਾਰ ਨਾਲ ਡਾਇਲੋਗ ਵੀ ਕਰ ਰਹੇ ਸੀ, ਪਰ ਉਹਨਾਂ ਦਾ ਖਾਣਾ ਨਹੀਂ ਸੀ ਖਾ ਰਹੇ, ਖਾਣਾ ਗੁਰੂ ਘਰ ਦਾ ਖਾ ਰਹੇ ਸੀ, ਥੱਲੇ ਬੈਠ ਕੇ ਲੰਗਰ ਛਕ ਰਹੇ ਸੀ। ਦੂਜੇ ਪਾਸੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਲੋਕ, ਕਿਸਾਨਾਂ ਦਾ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕ VVIP ਜਿਹੜਾ ਲੰਚ ਜਿਹੜਾ ਉਹ ਕਰ ਰਹੇ ਸੀ ਖੇਤੀ ਮੰਤਰੀ ਦੇ ਨਾਲ। ਜੀ ਇਹ ਤੋਂ ਪਤਾ ਲੱਗ ਜਾਂਦਾ ਹੈ ਕਿੰਨੀ ਵੱਡੀ ਸਾਜ਼ਿਸ਼। ਜੀ 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 ਦਸਾਂਝ ਸਾਹਿਬ, ਕਾਲ ਇੱਕ ਆ ਰਹੀ ਆ ਆਪਣੇ ਕਿਸੇ ਦਰਸ਼ਕ ਵੀਰ ਦੀ, ਆਪਾਂ ਉਹਨੂੰ ਨਾਲ ਲੈ ਲਈਏ ਤੇ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ ਕੀ ਹਾਲ ਚਾਲ? ਕਾਲਰਾ ਸਾਹਿਬ ਬੋਲ ਰਹੇ ਲੱਗਦੇ ਜੀ। ਕਾਲਰਾ ਸਾਹਿਬ ਥੈਂਕ ਯੂ। ਕੀ ਹਾਲ ਚਾਲ ਤੁਹਾਡਾ ਜੀ? ਹਾਂਜੀ ਹਾਂਜੀ ਵਧੀਆ ਜੀ ਵਧੀਆ, ਤੁਸੀਂ ਸੁਣਾਓ? ਹਾਂਜੀ ਕਾਲਰਾ ਸਾਹਿਬ ਜੀ, ਜਿਹੜੇ ਨਿਊਜ਼ ਆ ਰਹੇ ਸੀ ਸੁਸ਼ੀਲ ਜੀ ਵੀ ਦੇ ਰਹੇ ਸੀਗੇ, ਤੇ ਇਹਦੇ ਵਿੱਚ ਗਵਰਨਮੈਂਟ ਇੰਨੀ ਉਹ ਹੋ ਚੁੱਕੀ ਹੈ ਕਿ ਆਪਣੀ ਜਿੱਦ ਕਰਕੇ ਕੁਝ ਵੀ ਕਰਨ ਨੂੰ ਤਿਆਰ ਬੈਠੀ ਹੈ ਜੀ ਕਿ ਸਾਡੀ ਕਿਤੇ ਨਿੱਜੀ ਨਾ ਲੱਗ ਜੀ, ਅਸੀਂ ਆਪਣੇ 2+2 ਨੂੰ ਸੰਭਾਲਦੇ ਸਾਰਿਆਂ ਨੂੰ ਬਰਬਾਦ ਕਰਦੇ ਹਾਂ। ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਹਾਂਜੀ ਕਾਲਰਾ ਸਾਹਿਬ, ਤੇ ਤੁਹਾਡਾ ਕੋਈ ਕੁਐਸਚਨ ਹੈ ਸੁਸ਼ੀਲ ਹੋਰਾਂ ਲਈ? ਕੁਐਸਚਨ ਹੈ ਕੋਈ ਕਿ ਕੀ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਮਾਹੌਲ ਬਣਾ ਰਹੀ ਹੈ ਸਰਕਾਰ, ਜਿੱਦਾਂ ਤੁਸੀਂ ਕਹਿ ਰਹੇ ਹੋ, ਇਹਨੂੰ ਕਾਊਂਟਰ ਕਰਨ ਲਈ ਕੀ ਕੀ ਕਰਨਾ ਚਾਹੀਦਾ? ਜਿਹੜੀ ਲੋਕ ਰਾਏ ਉਹ ਕਿਸ ਤਰ੍ਹਾਂ ਬਣਨੀ ਚਾਹੀਦੀ ਹੈ ਜੀ? ਚਲੋ ਜਿਵੇਂ ਫੋਟੋਜ਼ ਵਗੈਰਾ ਬਾਬਾ ਅਮਾਉਂਟ ਉਹਨਾਂ ਦੀ ਆ ਗਈ ਹੈ ਤਾਂ ਲੋਕਾਂ ਦੇ ਮਨ 'ਚ ਵੀ ਕਲੈਰਿਟੀ ਬਣੇਗੀ, ਜੀ ਸੁਚੇਤ ਰਹਿਣ ਦੀ ਲੋੜ ਹੈ। ਹਾਂਜੀ ਬਸ ਜੀ ਜੀ ਕਾਲਰਾ ਸਾਹਿਬ ਥੈਂਕ ਯੂ ਵੈਰੀ ਮੱਚ। ਸੁਸ਼ੀਲ ਜੀ ਤੁਸੀਂ ਸੁਣਿਆ ਉਹਨਾਂ ਦੀ ਗੱਲਬਾਤ? ਕਾਲਰਾ ਸਾਹਿਬ ਸੀਗੇ ਆਪਣੇ। ਹਾਂਜੀ ਜੀ ਕਾਲਰਾ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਦਾ ਨਾਜ਼ੁਕ ਸਮਾਂ ਆ ਤੇ ਉਹਦੇ 'ਚ ਚੌਕਸ ਰਹਿਣ ਦੀ ਜ਼ਰੂਰਤ ਹੈ, ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਹ ਗੱਲ ਬਿਲਕੁਲ ਦਰੁਸਤ ਹੈ। ਤੇ ਜਿਵੇਂ ਕਿਸਾਨ ਅੰਦੋਲਨ ਨੂੰ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਹੁਤ ਵਾਰੀ ਜਿਹੜਾ ਆ ਉਹ ਫੇਲ ਕਰਨ ਦੀ ਕੋਸ਼ਿਸ਼ ਹੋਈ ਹੈ। ਏਜੰਸੀਆਂ ਰਾਹੀਂ ਬਹੁਤ ਕੁਝ ਕਰਵਾਇਆ ਗਿਆ, ਕੁਝ ਜਿਹੜੀਆਂ ਕਾਲੀਆਂ ਭੇਡਾਂ ਵਾੜੀਆਂ ਗਈਆਂ, ਉਹਨਾਂ ਰਾਹੀਂ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਅੰਦੋਲਨ ਨੇ ਹਰ ਸੰਕਟ ਦੇ ਵਿੱਚੋਂ ਆਪਣੇ ਆਪ ਨੂੰ ਬਚਾਇਆ। ਹੁਣ ਵੀ ਬਹੁਤ ਵੱਡਾ ਇਹ ਸੰਕਟ ਸੀ, ਇਹਦੇ ਚੋਂ ਅੰਦੋਲਨ ਜਿਹੜਾ ਫੇਰ ਤੋਂ ਬਚ ਕੇ ਨਿਕਲਿਆ। ਤੇ ਚੌਕਸ ਜਿੱਦਾਂ ਕਿਹਾ ਕਾਲਰਾ ਸਾਹਿਬ ਨੇ, ਚੌਕਸ ਰਹਿਣ ਦੀ ਜ਼ਰੂਰਤ ਹੋਰ ਵੀ ਬਹੁਤ ਜ਼ਿਆਦਾ ਹੈ। ਪਰ ਇਨ ਬਿਟਵੀਨ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਕਿ ਹੁਣ ਭਾਰਤੀ ਜਨਤਾ ਪਾਰਟੀ, ਕਿਉਂਕਿ ਬਾਰ-ਬਾਰ ਭਾਰਤੀ ਜਨਤਾ ਪਾਰਟੀ ਵੀ ਤੇ ਨਰਿੰਦਰ ਮੋਦੀ ਦੀ ਸਰਕਾਰ ਵੀ ਨੰਗੀ ਹੋਈ ਹੈ ਇਸ ਮਸਲੇ ਤੇ, ਸੋ ਸ਼ਾਇਦ ਕਿਤੇ ਨਾ ਕਿਤੇ ਹੁਣ ਕੋਈ ਮਨਸਮੱਤਿਆ ਪੈ ਸਕਦੀ ਹੈ, ਕੋਈ ਫੇਰ ਤੋਂ ਕਿਸੇ ਇੱਕ ਸੰਵਾਦ ਦੀ ਦਿਸ਼ਾ ਵੱਲ ਵਧਣ ਦੀ ਜਿਹੜੀ ਸੰਭਾਵਨਾ ਵੀ ਬਣ ਸਕਦੀ ਹੈ। ਜਿਸ ਤਰ੍ਹਾਂ ਦਾ ਐਕਟੀਵਿਟੀਜ਼ ਜਿਹੜੀਆਂ ਹੁਣ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਤੇ ਪੰਜਾਬ ਤੋਂ ਅੱਗੇ ਜਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਰਿਵਾਈਵਲ ਦੇ ਵੱਲ ਜਿਹੜਾ ਵਧਣ ਦੀ ਕੋਸ਼ਿਸ਼ ਦੇ ਵਿੱਚ ਹੈ। ਉਹਦੇ 'ਚ ਜਿਵੇਂ ਨਵੀਆਂ ਪ੍ਰਸਥਿਤੀਆਂ ਬਣ ਰਹੀਆਂ ਨੇ,
ਜਿਵੇਂ ਕੈਪਟਨ ਅਮਰਿੰਦਰ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਚਲੋ ਇਹ ਵੱਖਰਾ ਮਸਲਾ ਉਹਨਾਂ ਦਾ ਪਾਰਟੀ ਬਣਾਉਣ ਵਾਲਾ, ਇੱਥੇ ਤਾਂ ਬਾਅਦ ਚ ਆਪਾਂ ਗੱਲ ਕਰ ਲਾਂਗੇ, ਪਰ ਨਾਲ ਇਹ ਗੱਲ ਕਹੀ ਬਈ ਭਾਰਤੀ ਜਨਤਾ ਪਾਰਟੀ ਨਾਲ ਵੀ ਪੰਜਾਬ 'ਚ ਭਵਿੱਖ ਦੇ ਵਿੱਚ ਗੱਠਜੋੜ ਹੋ ਸਕਦਾ ਹੈ ਉਹਨਾਂ ਦਾ, ਪਰ ਹੋਏਗਾ ਉਦੋਂ ਜਦੋਂ ਕਿਸਾਨਾਂ ਦੇ ਮਸਲੇ ਦਾ ਹੱਲ ਨਿਕਲ ਆਏਗਾ ਤੇ ਹੱਲ ਹੋਣ ਵੱਲ ਵਧਿਆ ਜਾ ਰਿਹਾ ਹੈ ਤੇ ਇੱਕ ਸਾਂਝਾ ਮਤਾ ਕੋਈ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਤੇ ਗੱਲਬਾਤ ਹੋਏਗੀ। ਇਦਾਂ ਦੀਆਂ ਕਨਸੂਆਂ ਜਿਹੜੀਆਂ ਉਹ ਇਦਾਂ ਦੀਆਂ ਗੱਲਾਂ ਜਿਹੜੀਆਂ ਕੈਪਟਨ ਅਮਰਿੰਦਰ ਦੀ ਰਾਹੀਂ ਸਾਡੇ ਸਾਹਮਣੇ ਆਈਆਂ, ਜਿੱਥੋਂ ਲੱਗਦਾ ਹੈ ਕਿ ਭਾਵੇਂ ਸਾਰੇ ਯਤਨ ਜਿਹੜੇ ਕੀਤੇ ਨੇ ਭਾਰਤੀ ਜਨਤਾ ਪਾਰਟੀ ਨੇ ਜਾਂ ਸਰਕਾਰ ਨੇ ਇਸ ਅੰਦੋਲਨ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਰਹੀ ਹੈ, ਪਰ ਹੁਣ ਨਾਲ ਦੀ ਨਾਲ ਪੈਰਲਲ ਸ਼ਾਇਦ ਸਰਕਾਰ ਨੂੰ ਇਹ ਅਹਿਸਾਸ ਵੀ ਹੋ ਰਿਹਾ ਹੈ ਵੀ ਜੇ ਮਸਲਾ ਏਦੇ ਉਲਝਾ ਦਿੱਤਾ ਗਿਆ, ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਵਾਸਤੇ ਵੱਡੇ ਖਤਰੇ ਹੈ। ਜਿਵੇਂ ਕੱਲ ਸਤਪਾਲ ਮਲਿਕ ਜਿਹੜੇ ਹੈ ਮੇਘਾਲਿਆ ਦੇ ਰਾਜਪਾਲ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਰਹੇ ਹੈ, ਉਹਨਾਂ ਨੇ ਜਿਹੜੀ ਕੱਲ ਸਟੇਟਮੈਂਟ ਦਿੱਤੀ ਹੈ ਉਹ ਵੀ ਬੜੀ ਇੰਪੋਰਟੈਂਟ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਕਿਸਾਨਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ 2024 ਦੇ ਵਿੱਚ ਦੁਬਾਰਾ ਸੱਤਾ ਵਿੱਚ ਆਉਣ ਦਾ ਸੁਪਨਾ ਨਾ ਦੇਖੇ। ਜੀ ਇਸ ਤਰ੍ਹਾਂ ਦਾ ਮਾਹੌਲ ਵੀ ਜਿਹੜਾ ਬਣ ਰਿਹਾ ਹੈ, ਇਹ ਸ਼ਾਇਦ ਮਜਬੂਰ ਕਰੇਗਾ ਹੁਣ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ, ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ। ਜੀ ਦਸਾਂਝ ਸਾਹਿਬ, ਇਹ ਉਮੀਦ ਆਪਾਂ ਬੜੇ ਚਿਰ ਤੋਂ ਲਗਾ ਕੇ ਬੈਠੇ ਹੋਏ ਆ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੱਲ ਜ਼ਰੂਰ ਨਿਕਲੇਗਾ, ਕਿਉਂਕਿ ਜਿਸ ਤਰੀਕੇ ਨਾਲ ਤਹੱਮਲ ਨਾਲ, ਸ਼ਾਂਤੀ ਨਾਲ ਤੇ ਸੰਵਿਧਾਨਕ ਹੱਦਾਂ ਦੇ ਵਿੱਚ ਰਹਿ ਕੇ ਕਿਸਾਨ ਜਿਹੜੇ ਆ ਲਗਾਤਾਰ ਆਪਣਾ ਸੰਘਰਸ਼ ਜਿਹੜਾ ਉਹਨੂੰ ਜਾਰੀ ਰੱਖ ਰਹੇ ਆ, ਇਹ ਤੋਂ ਉਮੀਦ ਤੇ ਵੱਝਦੀ ਆ। ਪਰ ਦੂਜੇ ਪਾਸੇ ਕਦੀ ਆਪਾਂ ਇੱਦਾਂ ਸੋਚ ਸਕਦੇ ਆ ਕਿ ਕੋਈ ਸਰਕਾਰ, ਚੁਣੀ ਹੋਈ ਸਰਕਾਰ, ਲੋਕਤੰਤਰ ਹੋਵੇ ਤੇ ਆਪਣੇ ਹੀ ਲੋਕਾਂ ਦੇ ਖਿਲਾਫ ਇਸ ਤਰ੍ਹਾਂ ਦੇ ਘਟੀਆ ਹੱਥਕੰਡੇ ਜਿਹੜੇ ਅਪਣਾਵੇ? ਠੀਕ ਹੈ, 2002 ਚ ਮੋਦੀ ਦੇ ਬੜੇ ਕਾਲਾ ਧੱਬਾ ਹੈ ਉਹਨੇ ਕੀਤਾ, ਕਾਂਗਰਸ ਤੇ ਵੀ ਆ 84 ਵਾਲਾ ਜਾਂ ਕੁਝ ਇੱਕ ਹੋਰ ਹਾਲਾਤ ਜਦੋਂ ਦਿੱਲੀ 'ਚ ਇਦਾਂ ਦਾ ਹੋਇਆ, ਉਹ ਨਿੱਕੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਕੋਈ, ਜਿਵੇਂ ਆਪਾਂ ਸਾਡੇ ਸਮਿਆਂ ਤੋਂ ਪਹਿਲਾਂ ਆਪਾਂ ਹਿਟਲਰ, ਮੁਸੋਲੀਨੀ, ਸਟਾਲਿਨ ਦੀਆਂ ਗੱਲਾਂ ਸੁਣਦੇ ਹੁੰਦੇ ਸੀਗੇ, ਜਾਂ ਕਿਤੇ ਯਾਦ ਹੈ ਆਪਾਂ ਜਦੋਂ ਛੋਟੇ ਸੀਗੇ ਤਾਂ ਈਦੀ ਅਮੀਨ ਵਰਗੇ ਬੰਦੇ ਦੀਆਂ ਜਿਹੜਾ ਜਗੰਡਾ ਵਗੈਰਾ ਕਿ ਉਹਨਾਂ ਦੀ ਰੂਹ ਨਹੀਂ ਕਿਤੇ ਇਹਨਾਂ ਮੋਦੀ ਸਾਹਿਬ, ਅਮਿਤ ਸ਼ਾਹ ਦੇ ਵਿੱਚ ਆਣ ਵੜੀ ਕਿਸੇ ਤਰੀਕੇ ਨਾਲ, ਕਿ ਇਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਆਪਣੇ ਹੀ ਦੇਸ਼ ਦੇ ਸਿਟੀਜ਼ਨ ਨੇ, ਇਹਨਾਂ ਨੇ ਸਾਨੂੰ ਚੁਣ ਕੇ ਭੇਜਿਆ ਹੋਇਆ ਆ ਤੇ ਇਹਨਾਂ ਦੀ ਖਾਤਰ ਸਾਨੂੰ ਇੱਕ ਕਿਸਮ ਦਾ ਮੌਕਾ ਦਿੱਤਾ ਇਹਨਾਂ ਨੇ ਦੇਸ਼ ਦੀ ਸੇਵਾ ਕਰਨ ਦਾ, ਤੇ ਇਹ ਲੋਕ 7-8 ਸਾਲਾਂ 'ਚ ਦੇਸ਼ ਨੂੰ ਬਿਲਕੁਲ ਹੀ ਬਰਬਾਦ ਕਰਨ ਵਾਲੇ ਪਾਸੇ ਤੁਰ ਪਏ ਆ। ਦੇਖੋ, ਰੂਹ ਜਿਹੜੀ ਹੈ ਉਹ ਤਾਂ ਦਿਖਾਈ ਦੇ ਰਹੀ ਹੈ, ਰੂਹਾਂ ਵੀ ਕਈ ਵਾਰੀ ਸਫ਼ਰ ਕਰਦੀਆਂ ਤੇ ਕਦੋਂ ਕਿਹੜੀ ਜਿਹੜੀ ਕੋਈ ਅਤੀਤ ਦੀ ਏਦਾਂ ਦੀ ਰੂਹ ਜਿਹੜੀ ਜਿਹਨੇ ਬਰਬਾਦੀ ਦੀਆਂ ਇਬਾਰਤਾਂ ਲਿਖੀਆਂ ਹੋਣ, ਉਹ ਵਰਤਮਾਨ ਦੇ ਕਿਸੇ ਰਾਜਨੀਤਾ ਦੇ ਅੰਦਰ ਆ ਬਣਨੀ ਹੈ, ਕਿਹਾ ਨਹੀਂ ਜਾ ਸਕਦਾ, ਤੇ ਉਹ ਦਿਖਾਈ ਦੇ ਰਹੀ ਹੈ। ਦੇਖੋ 7.5 ਸਾਲ, ਪੌਣੇ 8 ਸਾਲ ਹੋ ਗਏ ਨੇ ਨਰਿੰਦਰ ਮੋਦੀ ਹੋਰਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਿਆ। ਜੋ ਉਹਨਾਂ ਨੇ ਇੱਕ ਪੀਕ ਤੇ ਜੋ ਉਹਨਾਂ ਨੇ ਆਪਣਾ ਕਹਿ ਲਓ ਹੰਢਾਉਣਾ ਸੀ, ਉਹ ਹੰਢਾ ਚੁੱਕੇ ਨੇ। ਹੁਣ ਉਹਨਾਂ ਦਾ ਸਫ਼ਰ ਜਿਹੜਾ ਹੈ ਹੇਠਾਂ ਵੱਲ ਨੂੰ ਹੈ। ਪਰ ਜਿਹੜੇ ਸੱਤਾ ਦੇ ਨਸ਼ੇ 'ਚ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ, ਉਹਨਾਂ ਨੂੰ ਆਪਣਾ ਹੇਠਾਂ ਵੱਲ ਨੂੰ ਸਫ਼ਰ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਤਾਂ ਆਲੇ ਦੁਆਲੇ ਉਹਨਾਂ ਦੀ ਏਦਾਂ ਦਾ ਇੱਕ ਬਕਾਇਦਾ ਬਣਾ ਕੇ ਰੱਖਿਆ ਜਾਂਦਾ ਮਾਹੌਲ ਵੀ ਉਹਨਾਂ ਨੂੰ ਤਾਂ ਜੈ ਜੈਕਾਰ ਹੀ ਸੁਣਦੀ ਹੈ, ਹਾਹਾਕਾਰ ਉਹਨਾਂ ਨੂੰ ਸੁਣਦੀ ਨਹੀਂ ਹੈ। ਤੇ ਇਸੇ ਕਰਕੇ ਪਿਛਲੇ ਮਤਲਬ ਲੰਬੇ ਸਮੇਂ ਤੋਂ 1 ਸਾਲ ਤਾਂ ਹੋ ਹੀ ਚੱਲਾ ਦਿੱਲੀ ਦੇ ਬਾਰਡਰਸ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਹੈ, ਤੇ ਪੰਜਾਬ ਦੇ ਵਿੱਚ ਤਾਂ ਹੋਰ ਜ਼ਿਆਦਾ ਲੰਬਾ ਸਮਾਂ ਹੋ ਗਿਆ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ। ਪਰ ਤੁਸੀਂ ਜੇ 1 ਸਾਲ ਦਾ ਹਿਸਾਬ ਵੀ ਲਾ ਲਈਏ ਤੇ 1 ਸਾਲ ਦੇ ਵਿੱਚ ਦਿੱਲੀ ਦੇ ਬਾਰਡਰਸ ਦੇ ਉੱਤੇ ਮਤਲਬ ਕਿਸਾਨ ਬੈਠੇ ਹੋਣ ਆਪਣਾ ਸਾਰਾ ਕੁਝ ਛੱਡ ਛਡਾ ਕੇ, ਤੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਕੁਝ ਇਸ ਤਰ੍ਹਾਂ ਦੇ ਕੋਝੇ ਕਿਸਮ ਦੇ ਸਾਜ਼ਿਸ਼ਾਨਾ ਹਮਲੇ ਕੀਤੇ ਗਏ ਵੀ ਸਾਰੀ ਦੁਨੀਆ ਨੇ ਉਹਨਾਂ ਹਮਲਿਆਂ ਨੂੰ ਦੇਖਿਆ। ਪਰ ਭਾਰਤ ਦੇ ਵਿੱਚ ਸਿਰਫ ਤੇ ਸਿਰਫ ਨੁਕਤਾਚੀਨੀ ਜਿਹੜੀ ਹੈ ਜਾਂ ਆਲੋਚਨਾ ਜਾਂ ਬਿਆਨਬਾਜ਼ੀ ਤੋਂ ਉੱਪਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਨਹੀਂ ਉੱਠੀਆਂ। ਸਿਆਸੀ ਪਾਰਟੀਆਂ ਨੇ ਵੀ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈ ਇਹਨੂੰ ਆਪਣੇ ਆਪਣੇ ਇੰਟਰਸਟ ਦੇ ਮੁਤਾਬਕ ਇਸ ਅੰਦੋਲਨ ਬਾਰੇ ਗੱਲ ਕੀਤੀ ਹੈ, ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਵੀ।
ਪਰ ਵੱਖ-ਵੱਖ ਵਿਰੋਧੀ ਪਾਰਟੀਆਂ ਨੇ ਵੀ ਦੇਸ਼ ਦੇ ਵਿੱਚ ਕਿਸੇ ਕਿਸਮ ਦਾ ਕੋਈ ਇਸ ਤੋਂ ਬਿਨਾਂ ਵੀ ਕੋਈ ਅੰਦੋਲਨ ਨਹੀਂ ਖੜਾ ਕੀਤਾ। ਜੇ ਕੋਈ ਅੰਦੋਲਨ ਖੜਾ ਹੁੰਦਾ ਤਾਂ ਸ਼ਾਇਦ ਇਸ ਤਰ੍ਹਾਂ ਦੀਆਂ ਮਾਨਾਈਆਂ ਜਿਹੜੀਆਂ ਆ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਦੀ ਜੋੜੀ ਜੋ ਕਰ ਰਹੀਆਂ, ਉਹ ਸ਼ਾਇਦ ਉਹ ਨਾ ਕਰਦੇ। ਮੈਨੂੰ ਤਾਂ ਇਹ ਵੀ ਬੜਾ ਇਸ ਗੱਲ ਤੇ ਆਉਂਦਾ ਹੈ ਵੀ ਦੁਨੀਆ ਦਾ, ਸ਼ਾਇਦ ਦੁਨੀਆ ਦੇ ਇਤਿਹਾਸ ਦੇ ਵਿੱਚ, ਮੈਂ ਅੱਗੇ ਵੀ ਕਿਹਾ ਹੋਊਗਾ ਵੀ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਦੇਖਿਆ ਗਿਆ। ਇੰਨਾ ਸ਼ਾਂਤਮਈ, ਇੰਨਾ ਅਨੁਸ਼ਾਸਨ ਤੇ ਅੰਦੋਲਨ ਦੇ ਵਿੱਚ ਬੈਠੇ ਹੋਏ ਲੋਕ ਘਰ-ਬਾਰ ਛੱਡ ਕੇ ਬੈਠੇ ਨੇ ਸੜਕਾਂ ਤੇ, ਭਰ ਸਿਆਲ ਦੇ ਵਿੱਚ, ਬਹੁਤ ਸਖਤ ਗਰਮੀ ਦੇ ਵਿੱਚ ਤੇ ਹਨੇਰੀ ਤੂਫਾਨ ਦੇ ਵਿੱਚ, ਮੀਂਹ ਦੇ ਵਿੱਚ, ਪਰ ਦੁਨੀਆ ਨੂੰ ਦਿਖਾਈ ਨਹੀਂ ਦੇ ਰਿਹਾ, ਯੂਐਨਓ ਨੂੰ ਦਿਖਾਈ ਨਹੀਂ ਦੇ ਰਿਹਾ। ਇਸੇ ਕਰਕੇ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਵੀ ਕਿੱਥੇ ਆ ਮਨੁੱਖੀ ਅਧਿਕਾਰਾਂ ਨੂੰ ਪ੍ਰਣਾਈਆਂ ਹੋਈਆਂ ਜਥੇਬੰਦੀਆਂ, ਅਦਾਰੇ, ਯੂਐਨਓ ਵੀ ਕਿੱਥੇ ਹੈ, ਕੌਮਾਂਤਰੀ ਪੱਧਰ ਦੀਆਂ ਜਥੇਬੰਦੀਆਂ ਵੀ ਕਿੱਥੇ ਹੈ? ਕੁਝ ਨਹੀਂ ਹੋ ਰਿਹਾ। ਇਹ ਆਪਣੇ ਆਪ ਦੇ ਵਿੱਚ ਹੈਰਾਨੀ ਪੈਦਾ ਕਰਦਾ ਹੈ। ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਪਾਰਲੀਮੈਂਟ 'ਚ ਬੈਠੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਐਮਪੀਜ਼ ਨੇ ਤਾਂ ਕਿਤੇ ਰਿਐਕਟ ਕੀਤਾ ਲਾਜ਼ਮੀ ਤੌਰ ਦੇ ਉੱਤੇ ਇਹ ਸਾਰੇ ਇਸ਼ੂਜ਼ ਦੇ ਉੱਤੇ, ਪਰ ਕਿਸੇ ਸਰਕਾਰ ਵੱਲੋਂ, ਕਿਸੇ ਮੁਲਕ ਦੀ ਸਰਕਾਰ ਵੱਲੋਂ ਆਫੀਸ਼ੀਅਲੀ ਭਾਰਤ ਸਰਕਾਰ ਨੂੰ ਕਦੇ ਏਦਾਂ ਦੀ ਗੱਲ ਕਹੀ ਗਈ ਹੋਵੇ ਮੇਰੇ ਧਿਆਨ 'ਚ ਨਹੀਂ ਹੈ ਵੀ ਭਾਰਤ ਸਰਕਾਰ ਇਹਦੇ ਤੇ ਕੁਝ ਨਾ ਕੁਝ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਬਿਹੇਵ ਕਰੇ, ਕਿਸਾਨਾਂ ਦੀ ਗੱਲ ਸੁਣੇ, ਲੋਕਾਂ ਦੀ ਗੱਲ ਸੁਣੇ। ਨਹੀਂ ਤਾਂ ਅਮਰੀਕਾ ਹਰ ਮੁਲਕ ਦੇ ਵਿੱਚ ਦਖਲ ਦਿੰਦਾ ਹੈ। ਅਮਰੀਕਾ ਨੂੰ ਚਿੰਤਾ ਰਹਿੰਦੀ ਹੈ ਕਿ ਇਰਾਕ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਬੜਾ ਘਾਣ ਹੋ ਰਿਹਾ ਹੈ, ਈਰਾਨ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਅਫਗਾਨਿਸਤਾਨ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਪਿਛਲੇ ਪੌਣੇ 8 ਸਾਲ ਤੋਂ ਜਾਂ ਹੁਣ ਖਾਸ ਤੌਰ ਤੇ ਸਪੈਸ਼ਲੀ 1 ਸਾਲ ਤੋਂ ਜੋ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਆਮ ਬੰਦੇ ਨਾਲ ਹੋਇਆ, ਤੇ ਇਹ ਸ਼ਾਇਦ ਅਮਰੀਕਾ ਨੂੰ ਦਿਖਾਈ ਨਹੀਂ ਦੇ ਰਿਹਾ ਜਾਂ ਕਿਸੇ ਵੀ ਹੋਰ ਮੁਲਕ ਨੂੰ ਦਿਖਾਈ। ਮੇਰਾ ਕਹਿਣਾ ਇਹ ਨਹੀਂ ਹੈ ਕਿ ਉਹ ਦਖਲ ਦੇਵੇ ਸਾਡੇ ਮੁਲਕ ਦੇ ਵਿੱਚ, ਦਖਲ ਤਾਂ ਬਰਦਾਸ਼ਤ ਨਹੀਂ ਹੈ, ਪਰ ਜਿਹੜੇ ਦਾਅਵੇ ਆ ਉਹ ਦਾਅਵੇਦਾਰ ਕਿੱਥੇ ਆ? ਹੁਣ ਘੱਟੋ ਘੱਟ ਇਹ ਤਾਂ ਕਿਹਾ ਹੀ ਜਾ ਸਕਦਾ ਮਨੁੱਖੀ ਆਧਾਰ ਦੇ ਉੱਤੇ ਵੀ ਭਾਰਤ ਦੀ ਸਰਕਾਰ ਇਹਨਾਂ ਮਸਲਿਆਂ ਪ੍ਰਤੀ ਜਿਹੜਾ ਸੰਵੇਦਨਾਪੂਰਨ ਵਿਹਾਰ ਕਰੇ, ਪਰ ਸੰਵੇਦਨਾ ਵੀ ਨਹੀਂ ਹੈ। ਸਰਕਾਰ ਪੂਰੀ ਤਰ੍ਹਾਂ ਸੰਵੇਦਨਹੀਣਤਾ ਦਾ ਦਿਖਾਵਾ ਕਰ ਰਹੀ ਹੈ ਤੇ ਦੁਨੀਆ ਵੀ ਚੁੱਪਚਾਪ ਤਮਾਸ਼ਾ ਦੇਖ ਰਹੀ ਹੈ। ਦਸਾਂਝ ਸਾਹਿਬ, ਦੂਜੇ ਪਾਸੇ ਆਪਾਂ ਦੁਨੀਆ ਨੂੰ ਵੀ ਕੋਸ ਰਹੇ ਹਾਂ, ਠੀਕ ਹੈ, ਮੈਂ ਵੀ ਇਹ ਗੱਲ ਕਈ ਵਾਰ ਉਠਾਈ ਹੈ, ਪਰ ਨਾਲ ਦੀ ਨਾਲ ਜਿਹੜੀ ਭਾਰਤ ਦੀ ਸਿਵਲ ਸੁਸਾਇਟੀ ਆ, ਭਾਰਤ ਦੇ ਲੋਕ ਜਿਹੜੇ ਮੋਮਬੱਤੀਆਂ ਲੈ ਕੇ ਨਿਕਲ ਆਉਂਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਾਰਚ ਕਰਨ, ਉਹਨਾਂ ਨੂੰ ਕਿਸਾਨਾਂ ਦੀ ਪੀੜਾ ਨਜ਼ਰ ਨਹੀਂ ਆ ਰਹੀ ਕਿਤੇ? ਉਹ ਵੀ ਤੇ ਕਿਤੇ ਨਾ ਕਿਤੇ ਇਸ ਵੇਲੇ ਮੂੰਹ ਧਰ ਕੇ ਤਮਾਸ਼ਬੀਨ ਬਣ ਕੇ ਸਭ ਕੁਝ ਵੇਖ ਰਹੇ। ਜੇ ਚੌਤਰਫਾ ਪ੍ਰੈਸ਼ਰ ਸਰਕਾਰ ਤੇ ਬਣੇ, ਉਹਨਾਂ ਨੂੰ ਲੱਗੇ ਕਿ ਜਿਹੜਾ ਮੱਧ ਵਰਗ ਆ, ਜਿਹੜਾ ਸ਼ਹਿਰੀ ਤਬਕਾ ਆ, ਜਿਹੜਾ ਬਾਬੂ ਵਰਗ ਆ, ਦਫ਼ਤਰਾਂ 'ਚ ਜਾਣ ਵਾਲਾ ਆ, ਜਿਹੜੇ ਕੁਝ ਉਹ ਲੋਕ ਨੇ ਜਿਹੜੇ ਸਿਵਲ ਸੁਸਾਇਟੀ ਦਾ ਹਿੱਸਾ ਨੇ, ਜਿਹੜੇ ਆਪਣੇ ਆਪ ਨੂੰ ਅਗਾਂਹ ਵਧੂ ਕਹਿੰਦੇ ਨੇ, ਜਾਂ ਯੂਨੀਵਰਸਿਟੀਆਂ, ਸਕੂਲਾਂ, ਟੀਚਰ, ਹਾਲਾਂ ਥੋੜ੍ਹੀਆਂ ਥੋੜ੍ਹੀਆਂ ਮਿਸਾਲਾਂ ਆਪਾਂ ਦੇ ਸਕਦੇ ਹਾਂ, ਪਰ ਇੱਕ ਵਜੋਂ ਪ੍ਰਭਾਵ ਜਿਹੜਾ ਬਣਨਾ ਚਾਹੀਦਾ ਸੀਗਾ। ਕਿਉਂਕਿ ਪਿਛਲੇ ਜਿਹੜੇ ਬਿੱਲ ਪਾਸ ਹੋਏ ਸੀਏ ਦੇ ਖਿਲਾਫ, ਜਾਂ ਕੁਝ ਜਿਹੜੇ ਕੰਮ ਹੋਏ, ਰਜਿਸਟਰ ਵਾਲਾ ਜਿਹੜਾ ਬਿੱਲ ਬਣਾਇਆ ਸੀਗਾ, ਜੰਮੂ ਕਸ਼ਮੀਰ ਨਾਲ ਜੋ ਕੁਝ ਹੋਇਆ, ਉਦੋਂ ਵੀ ਇਹ ਲੋਕ ਬਾਹਰ ਨਹੀਂ ਨਿਕਲੇ। ਤਾਂ ਇਕੱਲੇ ਕਾਰੇ ਉਹ ਕੁਝ ਥੋੜ੍ਹੇ ਜਿਹੇ ਲੋਕ ਲੜਦੇ ਰਹੇ ਤੇ ਉਹ ਅੱਜ ਵੀ ਭੁਗਤ ਰਹੇ ਨੇ। ਉਹਨਾਂ ਨਾਲ ਬਹੁਤ ਬੁਰਾ ਅਸਰ ਕੀਤਾ ਇਸ ਲੋਕਤੰਤਰੀ ਸਰਕਾਰ ਨੇ। ਭਾਰਤ ਦਾ ਜਿਹੜਾ ਸਮੁੱਚਾ ਜਿਹੜਾ ਮਾਹੌਲ ਬਣਿਆ ਹੋਇਆ ਆ, ਉਹ ਇੱਦਾਂ ਦਾ ਬਣਿਆ ਕਿ ਜਦੋਂ ਸਾਡੇ ਨਾਲ ਉਹ ਵੇਖਾਂਗੇ, ਅਜੇ ਜੋ ਚੱਲ ਰਿਹਾ ਉਹ ਦੂਜੇ ਨਾਲ ਚੱਲ ਰਿਹਾ। ਜਿਹੜੀ ਇਹ ਹੋਪ ਹੈ ਪਰੇ ਕਰਨ ਵਾਲੀ ਰਾਜਨੀਤੀ ਆ, ਇਹਦਾ ਬੜਾ ਨੁਕਸਾਨ ਹੋ ਰਿਹਾ। ਕਿਉਂ ਨਹੀਂ ਜਿਹੜੇ ਸਾਰਾ ਵਜਵਾਂ ਪ੍ਰਭਾਵ ਇੱਕ ਆਪਣੇ ਮੁਲਕ 'ਚੋਂ ਕਿਉਂ ਨਹੀਂ ਉੱਠਦੀ ਕੋਈ ਲਹਿਰ? 2-3 ਕਾਰਨ ਨੇ ਜੀ ਇਹਦੇ। ਨੰਬਰ 1 ਕਾਰਨ ਤਾਂ ਇਹੀ ਹੈ ਜਿਹੜਾ ਤੁਸੀਂ ਵੀ ਕਿਹਾ ਵੀ ਹਰੇਕ ਬੰਦਾ ਏਦਾਂ ਸੋਚਦਾ ਵੀ ਮੇਰੇ ਨਾਲ ਥੋੜ੍ਹਾ ਏਦਾਂ ਕੁਛ ਹੋ ਰਿਹਾ, ਜਦੋਂ ਮੇਰੇ ਨਾਲ ਹੋ ਉਦੋਂ ਦੇਖਾਂਗੇ। ਹੋਊ ਪਰੇ ਵਾਲੀ ਜਿਹੜੀ ਇੱਕ ਭਾਵਨਾ ਆ। ਇੱਕ ਤਾਂ ਕਾਰਨ ਇਹ ਹੈ ਜਿਹੜੀ ਇੱਕ ਮਾਨਸਿਕਤਾ ਜਿਹੜੀ ਬਣੀ ਹੋਈ ਹੈ ਸਾਰਿਆਂ। ਦੂਜਾ ਵੱਡਾ ਕਾਰਨ ਇਹ ਹੈ ਕਿ ਸਾਡੇ ਇੱਥੇ ਸੁਸਾਇਟੀ, ਜਿਹੜੀ ਸਿਵਲ ਸੁਸਾਇਟੀ, ਉਹ ਇਕਜੁੱਟ ਨਹੀਂ ਹੈ। ਉਹਦੇ 'ਚ ਬਹੁਤ ਬੁਰੀ ਤਰ੍ਹਾਂ ਇੱਕ ਵੰਡ ਹੈ, ਤਿੱਖੀ ਵੰਡ ਹੈ। ਉਹ ਜਿਹੜੀ ਵੰਡ ਹੈ ਉਹ ਅਸਲ ਦੇ ਵਿੱਚ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਆ ਉਹਦੇ ਮੁਤਾਬਕ ਸਾਰੀਆਂ ਚੀਜ਼ਾਂ ਵੰਡੀਆਂ ਗਈਆਂ। ਮਤਲਬ ਲੋਕ ਜੁੜੇ ਹੋਏ ਨੇ ਵੀ ਕਿਸੇ ਖਾਸ ਧਿਰ ਦੇ ਨਾਲ ਜੁੜੇ ਹੋਏ ਨੇ ਕਿ ਆ ਤਾਂ ਜੀ ਭਾਰਤੀ ਜਨਤਾ ਪਾਰਟੀ ਦੇ ਲੋਕ ਨੇ, ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇ ਵੱਡੇ ਪੱਧਰ ਦੇ ਉੱਤੇ 90% ਏਦਾਂ ਦੇ ਲੋਕ ਨੇ। 10% ਹੋ ਸਕਦੇ ਜਿਹੜੇ ਇੰਡੀਪੈਂਡੈਂਟਲੀ ਆਪਣੀ ਮਾੜੀ ਮੋਟੀ ਸੋਚ ਰੱਖਦੇ ਹੋਣਗੇ, ਜਿਹੜੇ ਇੱਧਰ ਉੱਧਰ ਹੋ ਸਕਦੇ ਆ। 90% ਏਦਾਂ ਦੇ ਆ ਜਿਹੜੇ ਜਨੂਨੀ ਕਿਸਮ ਦੇ ਲੋਕ ਨੇ, ਜੋ ਮੋਦੀ ਸਾਹਿਬ ਨੇ ਕਰਤਾ,
ਜਾਂ ਬੀਜੇਪੀ ਕਰ ਰਹੀ ਹੈ ਜਾਂ ਆਰਐਸਐਸ ਕਹਿ ਰਹੀ ਹੈ ਉਹੀ ਸੱਚ ਹੈ, ਉਹੀ ਸੱਤ ਹੈ। ਉਹ ਕੋਈ ਛੋਟੀ ਗਿਣਤੀ ਨਹੀਂ ਹੈ। ਜੋ ਆਪਾਂ 30% ਵੀ ਲਾ ਲਈਏ, 35% 36% ਵੋਟਾਂ ਨਾਲ ਜਿੱਤੀ ਹੋਈ ਆ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਦੀ ਸਰਕਾਰ ਹੈ। ਜੇ 25% ਵੀ ਲਾ ਲਈਏ ਤਾਂ 25% ਹਿੱਸਾ ਸੁਸਾਇਟੀ ਦਾ ਤਾਂ ਬਿਲਕੁਲ ਬਾਹਰ ਹੋ ਗਿਆ ਨਾ ਇਸ ਮਾਮਲੇ ਚੋਂ। ਤਾਂ ਸਗੋਂ ਉਲਟ ਉਲਟ ਵਿਹਾਰ ਕਰੇਗਾ, ਉਲਟ ਵਤੀਰਾ ਅਪਣਾਏਗਾ। ਬਾਕੀ ਜਿਹੜਾ 70% ਜਿਹੜਾ ਹੈਗਾ ਉਹ ਵੀ ਬਹੁਤ ਬੁਰੀ ਤਰ੍ਹਾਂ ਵੰਡ ਹੋਇਆ ਆ। ਉਹ ਆਪਣੇ ਆਪਣੇ ਇੰਟਰਸਟ ਦੇ ਮੁਤਾਬਕ ਵੱਖ-ਵੱਖ ਆਪਣੇ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਚੌਧਰੀ ਕਿਸਮ ਦੇ ਲੋਕਾਂ ਨਾਲ ਜੁੜਿਆ ਹੋਇਆ ਵਰਗ ਹੈ, ਵੱਖ-ਵੱਖ ਲੋਕਾਂ ਦੇ ਨਾਲ ਜਾਂ ਪੋਲੀਟੀਕਲ ਪਾਰਟੀਆਂ ਦੇ ਨਾਲ। ਸੋ ਪੋਲੀਟੀਕਲ ਪਾਰਟੀਆਂ ਜਿਹੜੀਆਂ ਕੋਈ ਕਾਲ ਦਿੰਦੀਆਂ ਨੇ ਉਹਦੇ ਮੁਤਾਬਕ ਉਹ ਬਿਹੇਵ ਕਰਦੇ ਆ, ਉਹਨਾਂ ਕੀ ਕਰਦੇ ਆ। ਜੀ ਸਿਆਸੀ ਪਾਰਟੀਆਂ ਜਿਹੜੀਆਂ ਆ ਉਹ ਚੁੱਪ ਦੀ ਇੱਕ ਕਿਸਮ ਦੀ ਜੂਨ ਦੇ ਵਿੱਚ ਹੈਗੀਆਂ, ਜਾਂ ਉਹ ਗਾਹੇ ਵਗਾਏ ਬਿਆਨਬਾਜ਼ੀ ਜਾਂ ਟਵੀਟ ਤੱਕ ਸੀਮਤ ਰਹਿੰਦੀਆਂ, ਜਾਂ ਇੱਕ ਅੱਧਾ ਕੋਈ ਐਕਸ਼ਨ ਕਰ ਲੈਂਦੀਆਂ, ਤੇ ਉਹਨਾਂ ਨਾਲ ਜੁੜੇ ਹੋਏ ਲੋਕ ਵੀ ਤਾਂ ਉਹੀ ਕਰਨਗੇ। ਉਹਨਾਂ ਤੋਂ ਕੋਈ ਵੱਖਰਾ ਵਿਹਾਰ ਜਿਹੜਾ ਹੈ ਉਹਦੀ ਉਮੀਦ ਨਹੀਂ ਕੀਤੀ ਜਾ ਸਕਦੀ। ਤੀਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਇਹ ਸੁਸਾਇਟੀ ਜਿਹੜੀ ਹੈ ਇਹਦੇ ਚ ਗੈਰ ਜਥੇਬੰਦਕ ਸੈਕਟਰ ਜਿਹੜਾ ਆ ਉਹ ਬਹੁਤ ਜ਼ਿਆਦਾ ਆ, ਬਹੁਤ ਵੱਡੇ ਪੱਧਰ ਦੇ ਉੱਤੇ ਆਰਗੇਨਾਈਜ਼ਡ ਨਹੀਂ ਹੈ। ਅੱਜ ਜੋ ਕੁਝ ਵੀ ਵਿਰੋਧ ਅਸੀਂ ਦੇਖਦੇ ਹਾਂ, ਇਸ ਵਿਰੋਧ ਦੇ ਵਿੱਚ ਵੀ ਜਿਹੜਾ ਅਸੀਂ ਕਿਸਾਨਾਂ ਦਾ ਅੰਦੋਲਨ ਵੀ ਜੇ ਕਹੀਏ, ਇਹਦੇ ਚ ਵੀ ਇਹਨੂੰ ਲੀਡ ਕਰਨ ਵਾਲੇ ਲੋਕ ਆਰਗੇਨਾਈਜ਼ਡ ਹੈ। ਇਹ ਤਾਂ ਇੱਕ ਮਾਹੌਲ ਬਣ ਗਿਆ। ਤੇ ਓਵਰਆਲ ਜੇ ਅਸੀਂ ਦੇਖੀਏ ਜਿਹੜਾ 100% ਇਹਦੇ ਚ ਇਨਵੋਲਵ ਲੋਕ ਨੇ, ਉਹਦੇ ਚੋਂ 60-65% ਲੋਕ ਜਿਹੜੇ ਆ ਅਨਆਰਗੇਨਾਈਜ਼ਡ ਸੈਕਟਰ ਚੋਂ ਹੈ। 30-35-40% ਲੋਕ ਜਿਹੜੇ ਆ ਆਰਗੇਨਾਈਜ਼ਡ ਸੈਕਟਰ ਚੋਂ ਆਉਂਦੇ ਨੇ, ਜਿਹੜੇ ਲੀਡ ਕਰਦੇ ਨੇ। ਸੋ ਮੈਨੂੰ ਲੱਗਦਾ ਇਹ ਕੁਝ ਕਾਰਨ ਨੇ ਜਿਹਦੇ ਕਰਕੇ ਸ਼ਾਇਦ ਉਸ ਰੂਪ ਦੇ ਵਿੱਚ ਵਿਰੋਧ ਸਾਨੂੰ ਨਹੀਂ ਵੀ ਦਿਖਾਈ ਦੇ ਰਿਹਾ, ਪਰ ਝਲਕਾਰੇ ਕਈ ਵਾਰੀ ਦਿਖਾਈ ਵੀ ਦਿੰਦੇ ਆ। ਜਿਹੜਾ 27 ਸਤੰਬਰ ਦਾ ਭਾਰਤ ਬੰਦ ਸੀ, ਉਹਦਾ ਜਿੱਦਾਂ ਮਿਸਾਲ ਬੰਦ ਹੋਣਾ, ਲੋਕਾਂ ਦਾ ਉਹਦੇ ਚ ਭਰਪੂਰ ਸਾਥ ਦੇਣਾ, ਉਹ ਇਹ ਜ਼ਰੂਰ ਇਸ ਪਾਸੇ ਵੱਲ ਸੰਕੇਤ ਕਰਦਾ ਹੈ ਕਿ ਜੇ ਗੱਲ ਚੱਲੇਗੀ ਤੇ ਗੱਲ ਅੱਗੇ ਨੂੰ ਵਧੇਗੀ ਤਾਂ ਸ਼ਾਇਦ ਲੋਕ ਜਿਹੜੇ ਆ ਉਹ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜੁੜਦੇ ਵੀ ਜਾਣਗੇ। ਪਰ ਹਾਲੇ ਬਹੁਤ ਦੂਰ ਦੀ ਗੱਲ ਹੈ। ਹਾਲੇ ਭਾਰਤ ਦੀ ਜਿਹੜਾ ਸਮਾਜਿਕ ਜਿਹੜਾ ਇਹ ਅਸੀਂ ਦੇਖ ਰਹੇ ਹਾਂ, ਇਹਦੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਵੰਡੀਆਂ, ਅਨਆਰਗੇਨਾਈਜ਼ਡ ਲੋਕ ਦੇ ਬਹੁਤ ਸਾਰੇ, ਤੇ ਸੋਚ ਦੇ ਪੱਧਰ ਦੇ ਉੱਤੇ ਵੀ ਗਿਆਨ ਦੀ ਵੀ ਬਹੁਤ ਵੱਡੀ ਘਾਟ ਹੈ। ਤੇ ਬਾਕੀ ਆਪੋ ਆਪਣੇ ਇੰਟਰਸਟ ਦੇ ਮੁਤਾਬਕ ਆਪੋ ਆਪਣੀ ਚੌਧਰੀ ਕਿਸਮ ਦੇ ਲੋਕਾਂ ਨਾਲ ਜੁੜੇ ਹੋਏ ਲੋਕ। ਦੁਸਾਂਝ ਸਾਹਿਬ, ਆਪਾਂ ਪੰਜਾਬ ਦੀ ਸਿਆਸਤ ਵੱਲ ਮੁੜੀਏ ਉਸ ਤੋਂ ਪਹਿਲਾਂ ਮੈਂ ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ। ਅੱਜ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਜਿਹੜੀ ਆ ਉਹ ਕਿਸਾਨ ਅੰਦੋਲਨ ਦਾ ਜਿਹੜਾ ਕੰਮ ਹੋਇਆ ਸੀ ਯੂਪੀ ਵਿੱਚ ਲਖੀਮਪੁਰ ਖੀਰੀ ਜਿਹੜੀ ਘਟਨਾ, ਉਹਦੇ ਉੱਤੇ ਦੁਬਾਰਾ ਸੁਣਵਾਈ ਹੋਣੀ ਆ ਉਸ ਬੈਂਚ ਦੇ ਅੱਗੇ। ਉਹ ਤੋਂ ਕਾਫੀ ਜ਼ਿਆਦਾ ਲੋਕਾਂ ਨੂੰ ਉਮੀਦ ਬੱਝੀ ਸੀ, ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਪਹਿਲ ਕਦਮੀ ਕਰਕੇ ਜਿਹੜਾ ਉਹਨਾਂ ਨੇ ਸੁਓ ਮਾਟੋ ਨੋਟਿਸ ਲਿਆ ਸੀਗਾ, ਕਰਕੇ ਹੀ ਥੋੜੀ FIR ਵਗੈਰਾ ਦਰਜ ਹੋਈ ਤੇ ਪੁਲਿਸ ਨੂੰ ਮਜਬੂਰ ਹੋਣਾ ਪਿਆ ਸੀਗਾ, ਉੱਥੇ ਜੋਗੀ ਸਰਕਾਰ ਨੂੰ ਕਿਤੇ ਨਾ ਕਿਤੇ ਮਜਬੂਰ ਹੋਣਾ ਪਿਆ ਸੀਗਾ। ਪਰ ਦੂਜੇ ਪਾਸੇ ਜਿੱਦਾਂ ਪੈਰਲਲ 2 FIR ਲਿਖੀਆਂ ਹੋਈਆਂ ਨੇ, ਜਿਹੜੀ ਵਿਸ਼ੇਸ਼ ਜਾਂਚ ਟੀਮ ਬਣੀ ਹੋਈ ਆ, ਸਿੱਟ ਜਿਹੜੀ ਬਣੀ ਆ ਉੱਥੇ, ਉਹਨੇ ਅੱਜ 15 ਕਿਸਾਨਾਂ ਨੂੰ ਵੀ ਤਲਬ ਕੀਤਾ ਸੀਗਾ ਪੁੱਛਗਿੱਛ ਕਰਨ ਲਈ ਵੱਖਰੇ ਤੌਰ ਦੇ ਉੱਤੇ। ਜਿਹੜੀ 2 ਜਿਹੜੀਆਂ FIR ਦਰਜ ਨੇ, ਇੱਕ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਗੱਡੀਆਂ ਚੜਾਈਆਂ ਨੇ, ਦੂਜੀ ਇਹ ਸੀ ਕਿ ਕੁਝ ਕਿਸਾਨ ਲੋਕਾਂ ਨੇ ਬਾਅਦ ਵਿੱਚ ਉਹਨਾਂ ਨੂੰ ਜਿਹੜਾ ਉਹ ਕੁੱਟ-ਕੁੱਟ ਕੇ ਮਾਰ ਦਿੱਤਾ ਸੀਗਾ। ਤੇ ਉਹ 15 ਵਿੱਚੋਂ 11 ਵਿਅਕਤੀਆਂ ਨੇ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਾਏ ਨੇ ਕਿਹਾ ਜਾ ਰਿਹਾ। ਤੇ ਇਹ ਜਿਹੜਾ ਚੱਲ ਰਿਹਾ ਘਟਨਾਕ੍ਰਮ ਆ, ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰੋਪਰ ਇਨਵੈਸਟੀਗੇਸ਼ਨ ਵਾਲੇ ਪਾਸੇ ਗੱਲ ਜਾਏਗੀ ਜੇ ਸੁਪਰੀਮ ਕੋਰਟ ਇਦਾਂ ਹੀ ਦਖਲਅੰਦਾਜ਼ੀ ਕਰਦੀ ਰਹੀ, ਜਾਂ ਫਿਰ ਇਹ ਗੋਂਗਲੋ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਕਿ ਬਰਾਬਰ ਤੇ 2 FIR ਲਿਖ ਦਿੱਤੀਆਂ, ਦੋਵਾਂ ਧਿਰਾਂ ਨੂੰ ਦੋਸ਼ੀ ਜਾਂ ਸਿੱਧ ਕਰਕੇ ਇੱਧਰ ਉੱਧਰ ਕਰਕੇ ਤੇ ਅਖੀਰ ਗੱਲ ਜਿਹੜੀ ਹੈ ਗੱਲ ਉਹ ਮਿੱਟੀ ਘੱਟੇ ਰੋਲ ਦਿੱਤੀ ਜਾਏਗੀ? ਦੇਖੋ, ਆਮ ਤੌਰ ਦੇ ਉੱਤੇ ਜਿਹੜੀ ਸਾਡੀ ਇੱਕ ਬਣਾ ਲਈ ਹੈ ਸਾਡੇ ਚਲੋ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਰੀਤ ਜੀ ਪੈਦਾ ਕਰ ਲਈ ਗਈ, ਉਹ ਏਦਾਂ ਹੀ ਹੈ ਕਿ ਪੈਰਲਲ ਜਿਹੜਾ ਆ, ਜਿੱਦਾਂ ਜੇ ਮਤਲਬ ਜੇ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਜਾਂ ਪਿੰਡਾਂ ਦੇ ਵਿੱਚ ਆਪਣੀਆਂ ਲੜਾਈਆਂ ਹੋਈਆਂ, 26 ਬਣਾ ਲੈਂਦੇ ਜਿੱਦਾਂ ਅਸੀਂ ਇੱਕ ਬਰਾਬਰ ਤੇ ਦੀ। 57 ਕਰਤੀ, ਹਾਂ ਇੱਕ ਤੇ 57 ਕਰਤੀ, ਦੂਜੇ ਤੇ ਵੀ 57 ਕਰ ਦੋ, ਤੇ ਹੌਲੀ ਹੌਲੀ ਫਿਰ ਰਾਜਨਾਮਾ ਜਿਹਾ ਕਰਾ ਦੋ। ਤੇ ਏਦਾਂ ਦੀ ਰੀਤ ਜੀ ਸਾਡੇ ਬਣੀ ਹੋਈ ਆ। ਪਰ ਜਿਹੜੀ ਉਹ ਘਟਨਾ ਲਖੀਮਪੁਰ ਖੀਰੀ ਵਾਲੀ, ਜਿਹਦੇ ਚ ਜਿਹੜੇ ਕਿਸਾਨ ਜਿਹੜੇ ਉਹਨਾਂ ਦੇ ਉੱਤੇ ਜਿਹੜੀ ਗੱਡੀ ਚੜਾਈ ਗਈ, ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਬੇਟਾ ਆਸ਼ੀਸ਼ ਮਿਸ਼ਰਾ ਉਹਦੇ ਸ਼ਾਮਲ ਹੈ, ਜਿਹਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ। ਤੇ ਅਜੇ ਮਿਸ਼ਰਾ ਦੀ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਬਕਾਇਦਾ ਰੇਲ ਰੋਕੋ ਅੰਦੋਲਨ ਵੀ ਕੀਤਾ ਗਿਆ, ਪਰ ਸਰਕਾਰ ਦੀ ਢੀਠਤਾਈ ਹੈ, ਬੇਈਮਾਨੀ ਹੈ,
ਕਿ ਹਾਲੇ ਵੀ ਉਹ ਭਾਰਤ ਦਾ ਗ੍ਰਹਿ ਰਾਜ ਮੰਤਰੀ ਹੈ। ਪਰ ਇਹ ਘਟਨਾ ਛੋਟੀ ਨਹੀਂ ਹੈ, ਇਸ ਕਰਕੇ ਇਹਦੇ ਤੋਂ ਛੁਟਕਾਰਾ ਪਾਉਣਾ ਤਾਂ ਸੌਖਾ ਨਹੀਂ ਹੈ। ਦੋਸ਼ੀਆਂ ਨੂੰ ਛੇਤੀ ਜਿਹੜਾ ਆ ਉਹ ਛੁਟਕਾਰਾ ਨਹੀਂ ਉੱਥੋਂ ਮਿਲ ਸਕਦਾ। ਉਹ ਕੇਸ ਬਕਾਇਦਾ ਬਹੁਤ ਪੁਖਤਾ ਤਰੀਕੇ ਨਾਲ ਲੜਿਆ ਜਾ ਰਿਹਾ ਹੈ। ਚਾਹੇ ਇੱਕ ਬੀਜੇਪੀ ਦਾ ਲੀਡਰ ਤੇ 4 ਹੋਰ ਬੰਦੇ ਜਿਹੜੇ ਉਸ ਗੱਡੀ 'ਚ ਵੀ ਸਵਾਰ ਸੀਗੇ, ਉਹਨਾਂ ਦੀ ਵੀ ਗ੍ਰਿਫਤਾਰੀ ਕੱਲ ਪਾਈ ਗਈ ਹੈ। ਪਰ ਪੈਰਲਲ ਜਿਹੜਾ ਆ 50 ਕਿਸਾਨ ਤਲਬ ਕੀਤੇ ਹੋਏ ਆ ਵੀ ਜਿਹੜੇ ਤਿੰਨ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਉਹਨਾਂ ਦਾ ਜੀ ਬਾਅਦ ਵਿੱਚ ਕੁੱਟ-ਕੁੱਟ ਕੇ ਉਹ ਮਾਰੇ ਆ, ਏਦਾਂ ਦੇ ਦੋਸ਼ ਉਹਨਾਂ ਤੇ ਲਾਏ ਆ, ਜਿਹਦੇ ਚ 15 ਜਿਹੜੇ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੋਏ ਆ, ਜਿਹਦੇ ਚ 11 ਦੇ ਜਿਹੜੇ ਤੁਸੀਂ ਜ਼ਿਕਰ ਕੀਤਾ ਬਿਆਨ ਕਰ ਚੁੱਕੇ ਆ। ਪੈਰਲਲ ਇੱਕ ਚੱਲੇਗੀ ਤੇ ਉਹਦੇ ਚ ਦੇਖਦੇ ਆ ਕਿਸ ਤਰ੍ਹਾਂ ਦਾ ਰਹਿੰਦਾ ਆ ਵਤੀਰਾ ਜਿਹੜਾ ਆ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਿੱਦਾਂ ਸਾਰਾ ਕੁਝ ਕਰਦੀ ਆ, ਸਰਕਾਰ ਉਹਨਾਂ ਦੇ ਕੋਲ ਹੈ, ਯੂਪੀ ਦੇ ਵਿੱਚ ਸਰਕਾਰ ਉਹਨਾਂ ਦੀ ਹੈ, ਪ੍ਰਸ਼ਾਸਨ ਉਹਨਾਂ ਦਾ ਆ, ਸੋ ਖਤਰਾ ਤਾਂ ਇਹ ਬਰਕਰਾਰ ਰਹੇਗਾ। ਪਰ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਗੱਡੀ ਚੜਾ ਕੇ ਕਿਸਾਨਾਂ ਨੂੰ ਮਾਰਨ ਦਾ ਮਾਮਲਾ ਹੈ, ਉਹਦੇ ਤੋਂ ਇੰਨੀ ਛੇਤੀ ਬਚ ਕੇ ਨਿਕਲਣ ਦੀ ਸੰਭਾਵਨਾ ਸ਼ਾਇਦ ਨਹੀਂ ਹੈ। ਬਾਕੀ ਕਾਨੂੰਨ ਆਪਣੇ ਮੁਤਾਬਕ ਕੰਮ ਕਰੇ, ਇਸ ਗੱਲ ਦੀ ਸਾਨੂੰ ਉਮੀਦ ਕਰਨੀ ਚਾਹੀਦੀ ਹੈ। ਥੋੜਾ ਜਿਹਾ ਪੰਜਾਬ ਦੀ ਸਿਆਸਤ ਤੇ ਵੀ ਝਾਤੀ ਮਾਰ ਲਈਏ। ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਸਰਗਰਮ ਹੋਏ ਨਜ਼ਰ ਆਉਂਦੇ ਨੇ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਦਾ ਐਲਾਨ ਇੱਕ ਅੱਧੇ ਦਿਨ 'ਚ ਕਰ ਦੇਣਾ, ਜਿਹੜਾ ਉਹਨਾਂ ਨੇ ਸੰਕੇਤ ਦੇ ਦਿੱਤੇ ਨੇ, ਤੇ ਸੰਕੇਤ ਇਹ ਵੀ ਦੇ ਦਿੱਤੇ ਨੇ ਕਿ ਮੈਂ ਬੀਜੇਪੀ ਨਾਲ ਮਿਲ ਕੇ। ਇੱਕ ਗੱਲ ਮੇਰੀ ਸਮਝ ਆ ਰਹੀ ਹੈ ਕਿ ਲੰਬੇ ਸਮੇਂ ਤੋਂ ਇਹ ਕਿਆਸ ਰਾਈਆਂ ਲੱਗ ਰਹੀਆਂ ਸੀਗੀਆਂ ਕਿ ਸੁਖਦੇਵ ਸਿੰਘ ਢੀਂਡਸਾ ਕਿਤੇ ਅੰਦਰ ਖਾਤੇ ਬੀਜੇਪੀ ਨਾਲ ਚੱਲ ਰਹੇ ਨੇ, ਜਦੋਂ ਦੇ ਉਹ ਅਕਾਲੀ ਦਲ ਦੀ ਮੇਨ ਲੀਡਰਸ਼ਿਪ ਤੋਂ ਲਾਂਭੇ ਹੋਏ ਨੇ, ਔਰ ਲਗਾਤਾਰ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਉਹ ਪੰਜਾਬ ਦੇ ਵਿੱਚ ਬੀਜੇਪੀ ਨਾਲ ਚੱਲਣ ਲਈ ਤਿਆਰ ਨੇ। ਤੇ ਉਹਨਾਂ ਨੇ ਤਰਲੇ ਬਥੇਰੇ ਲਏ ਨੇ, ਕਦੀ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਕਦੀ ਕਿਤੇ। ਉਹ ਵੀ ਲੀਓਂ ਲੱਥੇ ਹੋਏ ਲੀਡਰ ਲੱਗਦੇ ਆ, ਉਹਨਾਂ ਨੂੰ ਕੋਈ ਨਾਲ ਲੈ ਕੇ ਤੁਰਨਾ ਨਹੀਂ ਚਾਹੁੰਦਾ। ਤੇ ਅੱਜ ਕੈਪਟਨ ਸਾਹਿਬ ਨੇ ਜ਼ਰੂਰ ਕਹਿ ਦਿੱਤਾ ਕਿ ਮੈਂ ਜੇਕਰ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਹੈ ਸਰਕਾਰ, ਤੇ ਫਿਰ ਮੈਂ ਬੀਜੇਪੀ ਨਾਲ ਮਿਲ ਕੇ ਪੰਜਾਬ ਵਿੱਚ ਚੋਣਾਂ ਲੜ ਸਕਦਾ, ਤੇ ਨਾਲ ਮੈਂ ਸੁਖਦੇਵ ਢੀਂਡਸਾ ਨੂੰ ਵੀ ਲੈ ਸਕਦਾ। ਯਾਨੀ ਕਿ ਜਿਹੜੀ ਖਿਚੜੀ ਪੱਕ ਰਹੀ ਅੰਦਰ ਖਾਤੇ ਕਾਫੀ ਦੇਰ ਦੀ, ਭਾਵੇਂ ਉਹ ਢੀਂਡਸਿਆਂ ਨਾਲ ਪੱਕ ਰਹੀ ਹੋਵੇ ਤੇ ਚਾਹੇ ਕੈਪਟਨ ਸਾਹਿਬ ਮਿਲ ਕੇ ਚੱਲਣ ਦੀ ਗੱਲ ਚੱਲ ਰਹੀ ਹੋਵੇ, ਇਹ ਕਿਤੇ ਨਾ ਕਿਤੇ ਹੁਣ ਆਪਣੀ ਜਿਹੜਾ ਹਕੀਕੀ ਰੂਪ ਲੈਂਦੀ ਨਜ਼ਰ ਆ ਰਹੀ ਹੈ। ਤੇ ਕੈਪਟਨ ਸਾਹਿਬ ਜਿੱਦਾਂ ਨਜ਼ਰ ਆ ਰਿਹਾ, ਮੈਨੂੰ ਨਹੀਂ ਪਤਾ, ਸਿਆਸਤ 'ਚ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜਿਸ ਤਰੀਕੇ ਨਾਲ ਸਿਆਸੀ ਦ੍ਰਿਸ਼ ਤੋਂ ਉਹਨਾਂ ਨੂੰ ਲਾਂਭੇ ਕੀਤਾ ਗਿਆ, ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕੈਪਟਨ ਸਾਹਿਬ ਦੀ ਹੁਣ ਸਦੀਵੀ ਤੌਰ 'ਤੇ ਸਿਆਸੀ ਮੌਤ ਹੋ ਚੁੱਕੀ ਆ। ਉਹ ਜਿੰਨੇ ਮਰਜ਼ੀ ਹੱਥ ਪੈਰ ਮਾਰ ਲੈਣ, ਉਹਨਾਂ ਦਾ ਵਾਪਸੀ ਕਰਨਾ ਇਸ ਵੇਲੇ ਸੰਭਵ ਨਹੀਂ। ਤੇ ਜੇ ਉਹ ਖਾਸ ਕਰਕੇ ਪੰਜਾਬ ਵਿਰੋਧੀ ਹੋਣ ਦਾ ਇੱਕ ਰੋਲ ਅਦਾ ਕਰ ਰਹੇ ਨੇ, ਜਿਸ ਤਰੀਕੇ ਨਾਲ ਹੁਣ ਲਗਾਤਾਰ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਪੰਜਾਬ ਦੇ ਲੋਕਾਂ ਤੋਂ ਬਦਲਾ ਲੈ ਰਹੇ ਨੇ, ਨਾ ਕਿ ਆਪਣੀ ਲੀਡਰਸ਼ਿਪ ਜਿਹੜੀ ਆ, ਕੇਂਦਰੀ ਲੀਡਰਸ਼ਿਪ ਜਿਹਨੂੰ ਹਾਈ ਕਮਾਂਡ ਕਹਿੰਦੇ ਆ, ਉਹਦੇ ਨਾਲ ਟੱਕਰ ਲੈ ਰਹੇ ਨੇ। ਉਲਟਾ ਇਹ ਕਰ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਮੁਸ਼ਕਲਾਂ 'ਚ ਪਾ ਰਹੇ ਨੇ, ਖੜੇ ਕਰ ਰਹੇ ਨੇ, ਇੱਕ ਵਿਲਨ ਦਾ ਰੋਲ ਅਦਾ ਕਰ ਰਹੇ ਆ। ਤੁਸੀਂ ਇਹ ਜਿਹੜਾ ਸਾਰਾ ਘਟਨਾਕ੍ਰਮ ਆ, ਇਹਨੂੰ ਕਿੱਦਾਂ ਦੇਖਦੇ ਹੋ, ਤੇ ਕੈਪਟਨ ਸਾਹਿਬ ਦਾ ਭਵਿੱਖ ਕੀ ਨਜ਼ਰ ਆਉਂਦਾ ਤੁਹਾਨੂੰ? ਦੇਖੋ ਗਿੱਲ ਸਾਹਿਬ, ਗੱਲ ਇਹ ਆ ਵੀ ਇਹ ਤਾਂ ਗੱਲ ਪਹਿਲਾਂ ਤੋਂ ਤੈਅ ਸੀ ਵੀ ਇਦਾਂ ਹੋਣਾ ਆ। ਜਿਹੜੀ ਗੱਲ ਕਹਿਤੀ ਕੈਪਟਨ ਅਮਰਿੰਦਰ ਨੇ, ਬਕਾਇਦਾ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਆਪਣੀ ਪਾਰਟੀ ਹੁਣ ਬਣਾਉਣ ਜਾ ਰਹੇ ਆ, ਤੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਹੋਏਗਾ ਤਾਂ ਉਹ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨਗੇ ਤਾਂ ਬਾਅਦ ਦੀ ਗੱਲ ਹੈ। ਪਰ ਜਿਹੜੀ ਗੱਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਬਾਰੇ ਇੱਕ ਹੋਰ ਕਹੀ, ਉਹ ਇੰਪੋਰਟੈਂਟ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਈ ਫਿਰਕੂ ਪਾਰਟੀ ਨਹੀਂ ਹੈ। ਜਾਨੀ ਇੱਕ ਆਈਡੀ ਦੇ ਲੈਵਲ ਦੇ ਉੱਤੇ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਚੱਲ ਰਹੇ ਸੀ, ਜਿਹੜੀ ਆ ਇੰਟਰਨਲ ਸਿਕਿਉਰਿਟੀ ਦੇ ਇਸ਼ੂ ਨੂੰ ਲੈ ਕੇ, ਪੰਜਾਬ ਦੀਆਂ ਗੱਲਾਂ ਕਰਕੇ, ਡਰੋਨਸ ਦੀਆਂ ਗੱਲਾਂ ਕਰਕੇ, ਹੋਰ ਉਹਦੇ ਤੋਂ ਸਾਫ਼ ਹੋ ਗਿਆ ਕਿ ਜੇ BSF ਵੀ ਲੱਗੀ ਹੈ ਬਾਰਡਰਸ ਦੇ ਉੱਤੇ 15 ਕਿਲੋਮੀਟਰ ਤੋਂ ਵਧਾ ਕੇ ਜੇ 50 ਕਿਲੋਮੀਟਰ ਤੱਕ ਦਾ ਉਹਨਾਂ ਦਾ ਬਾਰਡਰਸ ਦਾ ਏਰੀਆ ਕਰ ਦਿੱਤਾ ਗਿਆ, ਜਿਹੜਾ ਉਹਨਾਂ ਦੇ ਕੰਟਰੋਲ 'ਚ ਹੈ, ਜਿਹਦੇ ਨਾਲ ਲਗਭਗ ਅੱਧਾ ਪੰਜਾਬ ਕੇਂਦਰ ਸਰਕਾਰ ਦੇ ਕੰਟਰੋਲ 'ਚ ਆ ਗਿਆ। ਤਾਂ ਉਹਦੇ ਪਿੱਛੇ ਵੀ ਸਹਿਮਤੀ ਜਿਹੜੀ ਹੈ ਕੈਪਟਨ ਅਮਰਿੰਦਰ ਦੀ ਰਹੀ ਹੈ। ਹੁਣ ਅਸੀਂ ਕਰਦੇ ਹਾਂ ਗੱਲ ਵੀ ਕੈਪਟਨ ਅਮਰਿੰਦਰ ਦਾ ਜਿਹੜਾ ਇਹ ਕਦਮ ਹੈ ਕਿ ਉਹ ਨਵੀਂ ਪਾਰਟੀ ਬਣਾਉਣਗੇ ਤੇ ਕਿਸਾਨਾਂ ਦੇ ਮਸਲਿਆਂ ਦਾ ਜੇ ਹੱਲ ਹੁੰਦਾ ਤਾਂ ਬੀਜੇਪੀ ਨਾਲ ਗੱਠਜੋੜ ਕਰਨਗੇ। ਤੇ ਜਿਹੜੇ ਸੰਭਾਵਿਤ ਸਾਥੀ ਉਹਨਾਂ ਨੇ ਦੱਸੇ ਨੇ, ਸੁਖਦੇਵ ਸਿੰਘ ਢੀਂਡਸਾ ਜਾਂ ਰਣਜੀਤ ਸਿੰਘ ਬ੍ਰਹਮਪੁਰਾ, ਤਾਂ ਮੇਰਾ ਸਾਫ਼ ਤੌਰ ਤੇ ਮੰਨਣਾ ਇਹ ਹੈ ਕਿ ਸ਼ਾਇਦ ਪਹਿਲਾਂ ਵੀ ਕੈਪਟਨ ਅਮਰਿੰਦਰ ਨੇ ਬਹੁਤ ਵਾਰ ਵੱਖ-ਵੱਖ
ਕਹਿ ਲਓ ਵੀ ਪਾਰਟੀਆਂ ਦੇ ਵਿੱਚ ਰਹੇ ਨੇ, ਉਹ ਅਕਾਲੀ ਦਲ ਚ ਵੀ ਰਹੇ ਨੇ, ਆਪਣੀ ਪਾਰਟੀ ਵੀ ਬਣਾਈ ਸੀ 40 ਸਾਲ ਪਹਿਲਾਂ, ਪਰ ਸ਼ਾਇਦ ਆਪਣੇ ਸਿਆਸੀ ਜੀਵਨ ਦੇ ਵਿੱਚ ਸਭ ਤੋਂ ਜ਼ਿਆਦਾ ਸਿਆਸੀ ਖੁਦਕੁਸ਼ੀ ਵਾਲਾ ਕਦਮ ਜਿਹੜਾ ਆ ਉਹ ਚੱਕਣ ਜਾ ਰਹੇ ਨੇ ਇਹ ਪਾਰਟੀ ਬਣਾਉਣ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨਾਲ ਜਾਣ ਦੀ ਗੱਲ ਕਰਕੇ। ਇਹਨੂੰ ਤੁਸੀਂ ਪੋਲੀਟੀਕਲੀ ਸੁਸਾਈਡਲ ਸਟੈਪ ਹੀ ਕਹਿ ਸਕਦੇ ਹੋ। ਪਰ ਕਿਉਂਕਿ ਇੱਕ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਤਾਲਮੇਲ ਬਣ ਗਿਆ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਇੱਕ ਪੈਰ ਧਰਾਵਾ ਜਿਹਾ ਮਿਲੇਗਾ ਕੈਪਟਨ ਅਮਰਿੰਦਰ ਦੇ ਰੂਪ ਦੇ ਵਿੱਚ। ਉਹਦੇ ਨਤੀਜੇ ਕਿੰਨੇ ਕੁ ਉਹਨਾਂ ਦੇ ਪੱਖ ਚ ਆਉਂਦੇ ਆ? ਦਾਅਵਾ ਤਾਂ ਇਹ ਕਹਿੰਦੇ ਆ ਕਿ 2022 ਚ ਅਸੀਂ ਦੂਜੀ ਸਰਕਾਰ ਬਣਾਵਾਂਗੇ, ਪਰ ਇਹ ਪੋਸੀਬਿਲਿਟੀ ਤਾਂ ਬਿਲਕੁਲ ਨਹੀਂ ਹੈ। ਚਾਹੇ ਕਿਸਾਨਾਂ ਦਾ ਅੰਦੋਲਨ ਜਿਹੜਾ ਆ ਉਹ ਸਹੀ ਦਿਸ਼ਾ ਦੇ ਵਿੱਚ ਜਾਂਦਾ ਜਾਂਦਾ ਸਮਾਪਤ ਹੋਵੇ, ਤਿੰਨੇ ਖੇਤੀ ਕਾਨੂੰਨ ਰੱਦ ਹੋਣ, MSP ਤੇ ਗਰੰਟੀ ਕਾਨੂੰਨ ਬਣ ਜਾਵੇ, ਚਾਹੇ ਉਹਦੀ ਬੱਲੇ ਬੱਲੇ ਕੈਪਟਨ ਅਮਰਿੰਦਰ ਖੱਟ ਲਵੇ, ਪਰ ਉਹਦੇ ਨਾਲ ਕੈਪਟਨ ਅਮਰਿੰਦਰ ਜਾਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਉਸ ਰੂਪ ਦੇ ਵਿੱਚ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਜਦੋਂ ਨਤੀਜੇ ਆਉਣਗੇ ਉਹਨਾਂ ਦੇ ਪੱਖ ਚ ਆ ਜਾਣਗੇ, ਇਹ ਨਹੀਂ ਮੈਂ ਕਹਿ ਸਕਦਾ, ਹੋ ਹੀ ਨਹੀਂ ਸਕਦਾ, ਇਹ ਪੋਸੀਬਿਲਿਟੀ ਨਹੀਂ ਹੈ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਕੁਝ ਰਾਹਤ ਮਿਲੇਗੀ ਕੈਪਟਨ ਅਮਰਿੰਦਰ ਦਾ ਸਾਥ ਮਿਲਣ ਦੇ ਨਾਲ, ਤੇ ਕੈਪਟਨ ਨੂੰ ਕੁਝ ਰਾਹਤ ਮਿਲੇਗੀ BJP ਦਾ ਸਾਥ ਮਿਲਣ ਦੇ ਨਾਲ, ਤਾਂ ਉਹਦੇ ਨਾਲ ਹੋਣਾ ਇਹ ਹੈ ਵੀ ਭਾਵੇਂ ਇਲੈਕਸ਼ਨ ਦੇ ਵਿੱਚ, ਚੋਣਾਂ ਦੇ ਵਿੱਚ ਉਹਨਾਂ ਦੇ ਪੱਖ ਚ ਬਹੁਤ ਕੁਝ ਨਿਕਲਣਾ ਨਹੀਂ ਹੈ, ਪਰ ਕੈਪਟਨ ਅਮਰਿੰਦਰ ਜਿਹੜਾ ਆ ਆਪਣਾ ਸ਼ਾਹਾਨਾ ਜਿਹੜਾ ਇੱਕ ਕਿਸਮ ਦਾ ਜੀਵਨ ਹੈ, ਜਿਸ ਤਰ੍ਹਾਂ ਦੀ ਰਾਜਾ ਮਹਾਰਾਜਾ ਵਾਲੀ ਇੱਕ ਜੀਵਨ ਸ਼ੈਲੀ ਉਹਨਾਂ ਦੀ ਹੈ, ਉਹ ਆਖਰੀ ਉਮਰ ਦੇ ਵਿੱਚ ਫਿਰ ਹਾਸਲ ਕਰ ਲੈਣਗੇ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਦੀ ਮਿਹਰਬਾਨੀ ਦੇ ਨਾਲ, ਅਮਿਤ ਸ਼ਾਹ ਦੀ ਮਿਹਰਬਾਨੀ ਦੇ ਨਾਲ, ਕਿਸੇ ਸੂਬੇ ਦਾ ਗਵਰਨਰ ਬਣ ਕੇ ਜਾਂ ਕਿਸੇ ਮੁਲਕ ਦਾ ਰਾਜਦੂਤ ਬਣ ਕੇ। ਇਸ ਤੋਂ ਵੱਡਾ ਕੁਝ ਨਹੀਂ ਹੈ ਉਹਨਾਂ ਦੇ ਅੱਗੇ, ਨਿਸ਼ਾਨਾ ਇੰਨਾ ਕੁ ਹੀ ਹੈ ਵੀ ਘੱਟੋ ਘੱਟ ਜੀਵਨ ਦਾ ਆਖਰੀ ਜਿਹੜਾ ਉਮਰ ਦਾ ਪੜਾਅ ਆ, ਜਿਸ ਢੰਗ ਨਾਲ ਉਹ ਜਿਉਂਦੇ ਰਹੇ ਨੇ ਹੁਣ ਤੱਕ, ਤੇ ਸ਼ਾਹੀ ਕਿਸਮ ਦਾ ਜੀਵਨ, ਤੇ ਗਵਰਨਰ ਜਾਂ ਕਿਸੇ ਮੁਲਕ ਦਾ ਰਾਜਦੂਤ ਹੋਣਾ, ਉਹ ਉਸੇ ਤਰ੍ਹਾਂ ਦਾ ਜੀਵਨ ਹੈ। ਖਾਸ ਤੌਰ ਤੇ ਕਿਸੇ ਮੁਲਕ ਦਾ ਛੋਟੇ ਜਿਹੇ ਕਿਸੇ ਸੂਬੇ ਦਾ ਛੋਟੇ ਜਿਹੇ ਸੂਬੇ ਦਾ ਗਵਰਨਰ ਬਣਾ ਕੇ ਭੇਜ ਦਿੱਤਾ ਜਾਏਗਾ ਕਿਤੇ, ਤੇ ਆਖਰੀ ਉਮਰ ਆਪਣੀ ਐਸ਼ ਚ ਕੱਟ ਲੈਣਗੇ। ਇਸ ਤੋਂ ਵੱਧ ਕੁਝ ਨਹੀਂ ਹੈ। ਉਂਝ ਸਿਆਸੀ ਤੌਰ ਦੇ ਉੱਤੇ ਜਿੱਦਾਂ ਮੈਂ ਕਿਹਾ ਕਿ ਪੋਲੀਟੀਕਲੀ ਸੁਸਾਈਡਲ ਸਟੈਪ ਹੋਏਗਾ ਇਹ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਜਾਣਾ, ਜਿਹੜਾ ਉਹ ਕਹਿ ਰਹੇ ਨੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਪਰ ਮੈਨੂੰ ਲੱਗਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਆਪਣੀ ਇੱਜ਼ਤ ਨਾਲ ਆਪਣੇ ਘਰ, ਕਿਉਂਕਿ ਉਹਨਾਂ ਕੋਲ ਜਿੱਦਾਂ ਆਪਾਂ ਕਹਿੰਦੇ ਆ ਕਿ ਕੁਦਰਤ ਦਾ ਦਿੱਤਾ ਕੋਈ ਸਭ ਕੁਝ ਹੈ, ਕੋਈ ਘਾਟ ਨਹੀਂ ਸੀ, ਪਰ ਅਖੀਰਲੀ ਉਮਰੇ ਜਿਹੜਾ ਜਿਹਨੂੰ ਪੰਜਾਬੀ 'ਚ ਕਹਿੰਦੇ ਹੁੰਦੇ ਆ ਨਾ, ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਕਿਸੇ ਵਾਸਤੇ, ਕਿ ਮੂੰਹ ਕਾਲਾ ਕਰਾਉਣ ਵਾਲੀ ਗੱਲ ਕਰਾ ਕੇ ਅਗਰ ਉਹ ਵਿਅਕਤੀ ਕਿਤੇ ਗਵਰਨਰ ਵੀ ਲੱਗ ਜਾਂਦਾ ਹੈ, ਜਿੱਦਾਂ ਤੁਸੀਂ ਕਹਿ ਰਹੇ ਕਿਸੇ ਦੇਸ਼ ਦਾ ਰਾਜਦੂਤ ਵੀ ਬਣ ਕੇ ਚੱਲ ਜਾਂਦਾ ਹੈ, ਪਰ ਜਿਹੜੀਆਂ ਲਾਹਨਤਾਂ ਪੰਜਾਬੀਆਂ ਤੋਂ ਪੈਣਗੀਆਂ ਔਰ ਆਉਣ ਵਾਲੀਆਂ ਨਸਲਾਂ ਨੂੰ ਉਹਨਾਂ ਦੀਆਂ ਪੈਣਗੀਆਂ, ਉਹ ਜਿਹੜੀਆਂ ਨੇ ਉਹ ਮਤਲਬ ਮੈਨੂੰ ਲੱਗਦਾ ਹੈ ਕਿ ਉਹਨਾਂ ਵਾਸਤੇ ਇੱਕ ਬਹੁਤ ਵੱਡਾ, ਉਹਨਾਂ ਦੇ ਪਰਿਵਾਰ ਵਾਸਤੇ, ਕਿਉਂਕਿ ਉਹ ਕਹਿੰਦੇ ਰਹੇ ਨੇ ਕਿ ਮੈਂ ਪੰਜਾਬ ਹਿਤੈਸ਼ੀ ਹਾਂ ਅਤੇ ਪੰਜਾਬ ਦੇ ਲੋਕਾਂ ਨਾਲ ਖੜਾ ਹਾਂ, ਅਤੇ ਕਿਤੇ ਨਾ ਕਿਤੇ ਜਿਹੜਾ ਆ ਉਹ ਉਹਨਾਂ ਵਾਸਤੇ ਇਹ ਬਹੁਤ ਜਿਹੜਾ ਆ ਮਾੜਾ ਜਿਹੜਾ ਭਵਿੱਖ ਹੋਏਗਾ, ਭਾਵੇਂ ਉਹ ਰਾਜਪਾਲ ਲੱਗ ਵੀ ਜਾਣ, ਪਰ ਜਿਹੜੀਆਂ ਲਾਹਨਤਾਂ ਪੈਣਗੀਆਂ ਲੋਕਾਂ ਦੀਆਂ, ਜਿਹੜੀਆਂ ਬਦਦੁਆਵਾਂ ਮਿਲਣਗੀਆਂ, ਉਹ ਵੀ ਆਪਣਾ ਅਸਰ ਕਿਤੇ ਨਾ ਕਿਤੇ ਜ਼ਰੂਰ ਦਿਖਾਉਂਦੀਆਂ ਨੇ। ਅਸਲ ਚ ਨਾ ਜੀ, ਉਹ ਆਪਾਂ ਕਿਉਂਕਿ ਜਿੱਦਾਂ ਦੀ ਸੁਸਾਇਟੀ ਚ ਰਹਿੰਦੇ ਆ, ਸਮਾਜ ਦੇ ਵਿੱਚ ਰਹਿੰਦੇ ਆ, ਤੇ ਆਪਾਂ ਨੂੰ ਲੱਗਦਾ ਵੀ ਸ਼ਾਇਦ ਬਦਦੁਆਵਾਂ ਅਸਰ ਕਰਦੀਆਂ, ਪਰ ਲੱਗਦਾ ਨਹੀਂ ਕੋਈ ਏਦਾਂ ਦੀ ਕੋਈ ਗੱਲ ਹੁੰਦੀ ਹੈ। ਨਹੀਂ ਤਾਂ ਹੁਣ ਤੱਕ ਨਹੀਂ, ਉੱਦਾਂ ਤੇ ਆਪਾਂ ਦੇਖਦੇ ਹੀ ਆ, ਚੋਰ ਚੱਕੇ ਰਿਸ਼ਵਤਖੋਰ ਲੋਕ ਵੱਧਦੇ ਫੁੱਲਦੇ ਤੇ ਆਪਣੇ ਸਾਹਮਣੇ ਵੇਖਦੇ ਆ। ਮੇਰਾ ਮਤਲਬ ਕੋਈ ਧਾਰਮਿਕ ਕੀਦੇ ਤੋਂ ਨਹੀਂ, ਪਰ ਕਿਤੇ ਨਾ ਕਿਤੇ ਜਿਹੜੀ ਦੁਰਲਾਹਨਤ ਹੁੰਦੀ ਆ ਉਹ ਜ਼ਮੀਰ ਨੂੰ ਤੇ ਕਿਤੇ ਝੰਜੋੜਦੀ ਆ ਨਾ, ਬੰਦਾ ਅੰਦਰੋਂ ਤੇ ਖੋਖਲਾ ਹੁੰਦਾ ਨਾ, ਬਾਹਰ ਜੋ ਮਰਜ਼ੀ ਦਿਖਾਵਾ ਕਰੇ। ਉਹ ਜਦੋਂ ਨਰਿੰਦਰ ਮੋਦੀ ਗਏ ਨਾ ਟੀਕਾ ਲਵਾਉਣ, ਉਹ ਆਪਣਾ ਕਰੋਨਾ ਵਾਇਰਸ ਦਾ, ਜੀ, ਤੇ ਨਰਸ ਨੂੰ ਕਹਿੰਦੇ ਵੀ ਜਿਹੜਾ ਹਿਸਾਬ ਜਿਹੜਾ ਨਹੀਂ, ਇਹ ਸਾਡੇ ਲੀਡਰ ਲੋਕ ਆ ਤੇ ਸਾਡੀ ਚਮੜੀ ਬੜੀ ਮੋਟੀ ਹੁੰਦੀ ਹੈ। ਅੱਛਾ ਜੀ। ਇਹ ਖੁਦ ਨਰਿੰਦਰ ਮੋਦੀ ਨੇ ਕਿਹਾ ਹੁੰਦਾ, ਤੇ ਇਹਨਾਂ ਨੂੰ ਕੱਖ ਨਹੀਂ ਹੁੰਦਾ ਜੀ, ਇਹ ਕੋਈ ਨਾ ਇਹਨਾਂ ਦੀ ਜ਼ਮੀਰ ਹੈ, ਜੇ ਜ਼ਮੀਰ ਹੋਵੇ ਤਾਂ ਏਦਾਂ ਦੇ ਕਦਮ ਹੀ ਕਿਉਂ ਚੁੱਕਣੇ, ਏਦਾਂ ਦੀ ਗੱਲਾਂ ਹੀ ਕਿਉਂ ਕਰਨੇ। ਸੋ ਇਹਨਾਂ ਨੂੰ ਕੋਈ ਅਪਰਾਧ ਬੋਧ ਨਹੀਂ ਹੈ ਕਿਸੇ ਕਿਸਮ ਦਾ। 52 ਸਾਲ ਦਾ ਜੀਵਨ ਹੈ ਕੈਪਟਨ ਅਮਰਿੰਦਰ ਦਾ, ਤੁਸੀਂ ਤਾਂ ਇੱਕ ਲਫ਼ਜ਼ ਕਹਿ ਦਿੱਤਾ ਵੀ ਕੁਦਰਤ ਦਾ ਦਿੱਤਾ, ਇਹਨਾਂ ਸਭ ਕੁਝ ਹੈ, ਕੁਦਰਤ ਦਾ ਨਹੀਂ, ਇਹ ਲੋਕਾਂ ਦਾ ਲੁੱਟਿਆ ਹੋਇਆ ਹੀ ਆ। ਰਾਜੇ ਮਹਾਰਾਜੇ ਲੋਕਾਂ ਦਾ ਲੁੱਟ ਕੇ ਇੱਥੇ ਤੱਕ ਪਹੁੰਚਦੇ ਆ, ਤੇ ਇਹੀ ਕੁਝ ਆ। ਇਹਨਾਂ ਤੋਂ ਖੋਹ ਵੀ ਹੋ ਗਿਆ ਸੀ ਸਾਰਾ ਕੁਝ, ਜਦੋਂ ਮੋਤੀ ਮਹਿਲ ਨੂੰ ਕਲੀ ਕਰਾਉਣ ਦੇ ਵੀ ਪੈਸੇ ਹੈ ਨਹੀਂ ਸੀ,
ਤੇ ਜਦੋਂ ਫਿਰ ਦੁਬਾਰਾ ਸਿਆਸਤ ਦੇ ਵਿੱਚ ਚਮਕੇ ਤੇ ਆ ਜਿਹੜਾ ਸਿਸਟਮ ਵਾਲਾ ਫਾਰਮ ਹੈ ਜਾਂ ਹੋਰ ਹੈ, ਜਿੰਨੀਆਂ ਇਹਨਾਂ ਦੇ ਬਜ਼ੁਰਗਾਂ ਨੇ ਜਿਹੜੀਆਂ ਲੋਕਾਂ ਦੀਆਂ ਜਾਇਦਾਦਾਂ ਸੀਗੀਆਂ, ਉਹ ਜਿਹੜੀਆਂ ਦਾਨ ਦੇ ਨਾਂ ਦੇ ਉੱਤੇ ਲੋਕਾਂ ਨੂੰ ਦਿੱਤੀਆਂ ਸੀਗੀਆਂ, ਇਹ ਪਹਾੜੀ ਏਰੀਏ ਦੇ ਵਿੱਚ ਇਹ ਜਿਹੜਾ ਚੰਡੀਗੜ੍ਹ ਦੇ ਪਰਲੇ ਪਾਸੇ ਵਾਲਾ ਜਿਹੜਾ ਏਰੀਆ, ਉਹ ਸਾਰੀਆਂ ਜਦੋਂ ਇਹ ਮੁੱਖ ਮੰਤਰੀ ਬਣੇ ਤੇ ਤਹਿਸੀਲਦਾਰ ਲਾ ਕੇ ਉਹ ਸਾਰੀਆਂ ਫਰਦਾ ਫੁਰਦਾ ਘਟਾ ਕੇ ਮੁੜ ਕੇ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਆ ਆਪਣੇ ਨਾਂ ਕਰਵਾ ਲਈ ਆ ਮੁੜ ਕੇ, ਤੇ ਫਿਰ ਸਿਸਮਾ ਫਾਰਮ ਬਣਿਆ ਤੇ ਫਿਰ ਇਹ ਮੋਤੀ ਮਹਿਲ ਚਮਕਿਆ। ਸੋ ਕੀ ਹੁਣ ਦੱਸੀਏ, ਬਸ ਕੋਈ ਅਪਰਾਧ ਬੋਧ ਨਹੀਂ ਹੈ ਇਹਨਾਂ ਦੇ ਕੋਲ, ਜ਼ਮੀਰ ਜਮੂਰ ਵਾਲੀ ਕੋਈ ਗੱਲ ਨਹੀਂ। ਸਿਆਸਤਦਾਨ ਜਿਹੜੇ ਆ ਖੁਦ ਇਹ ਗੱਲ ਕਹਿੰਦੇ ਆ ਕਿ ਉਹ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਬੰਦੇ ਆ, ਤੇ ਉਹ ਮੂਰਖ ਬਣਾਈ ਜਾਂਦੇ ਆ। ਹੁਣ ਕਿੰਨੀ ਕੁ ਦੇਰ ਹੋਰ ਮੂਰਖ ਬਣਾਉਣਗੇ, ਲੋਕ ਦੇਖਦੇ ਆ ਕਿੰਨੀ ਕੁ ਦੇਰ ਹੋਰ ਮੂਰਖ ਬਣਦੇ ਆ। ਮੌਜੂਦਾ ਜਿਹੜੀ ਕਾਂਗਰਸ ਦੀ ਸਰਕਾਰ ਆ, ਉਹਨਾਂ ਦੇ ਕੰਮਕਾਰ ਤੋਂ ਲੋਕ ਜਾਂ ਜਿਹੜੇ ਜਰਨਲਿਸਟ ਭਾਈਚਾਰਾ ਉਹ ਕੀ ਐਨਾਲਾਈਜ਼ ਕਰ ਰਿਹਾ ਹੈ ਕਿ ਕੋਈ ਇਸ ਪੀਰੀਅਡ ਦੇ ਵਿੱਚ ਉਹ ਕੋਈ ਐਸੀ ਦਿੱਖ, ਘੱਟੋ ਘੱਟ ਮੈਨੂੰ ਪਤਾ ਕਿ ਕੁਝ ਕਰ ਤੇ ਉਹ ਵੱਡਾ ਸਕਦੇ ਨਹੀਂ, ਨਿੱਕੀ ਮੋਟੀ ਗੱਲ ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸਾਂ ਕਿ ਉਹ ਕੰਮ ਕਰਦਾ ਦਿਖ ਰਿਹਾ ਹੈ ਆਪਾਂ ਨੂੰ ਜਿਹੜਾ ਰਾਜਾ ਵੜਿੰਗ, ਤੇ ਇਸ ਤਰ੍ਹਾਂ ਦੀ ਪਾਪੂਲਰ ਕਿਸਮ ਦੀ ਕੋਈ ਗੱਲਬਾਤ ਤੇ ਕਰ ਸਕਦੇ ਆ, ਪਰ ਕੋਈ ਜਿਹੜੇ ਬੇਸਿਕ ਮੁੱਦੇ ਆ ਉਹਨਾਂ ਪ੍ਰਤੀ ਕੋਈ ਪਹਿਲ ਕਦਮੀ ਤੁਹਾਨੂੰ ਲੱਗਦਾ ਹੋ ਸਕਦੀ ਆ? ਕੋਈ ਨਾ ਕੋਈ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਕੋਈ ਏਡੀ ਵੱਡੀ ਕਾਰਵਾਈ, ਭਾਵੇਂ ਉਹ ਮੈਨੂੰ ਪਤਾ ਸੰਭਵ ਨਹੀਂ ਕਿ ਉਹ ਜਿਹੜਾ ਕੁਝ ਕਰ ਦੇਣਗੇ ਤੇ ਗਵਰਨਰ ਵਗੈਰਾ ਉਹਨੂੰ ਮੰਨ ਲਏਗਾ, ਜਿੱਦਾਂ ਅੱਗੇ ਵੀ ਬਿੱਲ ਹੋ ਜੇ ਤਾਂ ਗਵਰਨਰ ਕੋਈ ਮੈਨੂੰ ਲੱਗਦਾ ਪਏ ਹੋਏ ਜਿਹੜੇ ਮਾੜੇ ਚੰਗੇ ਅਮਰਿੰਦਰ ਕਰਕੇ ਗਿਆ, ਤੇ ਪਰ ਕੋਈ ਇਹਦੇ ਸੰਕੇਤਕ ਤੌਰ ਤੇ ਕੁਝ ਹੁੰਦਾ ਨਾ, ਜਿਵੇਂ ਪਾਣੀਆਂ ਦੇ ਬਿੱਲ ਉਦੋਂ ਰੱਦ ਕੀਤੇ ਸੀ, ਪੰਜਾਬੀਆਂ ਨੂੰ ਲਾਭ ਹੋਇਆ ਚਾਹੇ ਨਹੀਂ, ਪਰ ਇੱਕ ਕਿਸਮ ਦਾ ਜਿਹੜਾ ਵਿਰੋਧ ਪ੍ਰਗਟ ਕਰਨ ਦਾ ਤਰੀਕਾ ਹੁੰਦਾ ਉਹ ਤੇ ਹੁੰਦਾ। ਕੀ ਚੰਨੀ ਸਰਕਾਰ ਕੋਈ ਇਦਾਂ ਦਾ ਡੇਅਰਿੰਗ ਸਟੈਪ ਲੈ ਸਕਦੀ ਹੈ? ਦੇਖੋ, ਦਿਖਾਵੇ ਦਾ ਕੁਝ ਹੋ ਸਕਦਾ ਹੈ ਤੇ ਉਹਦੇ ਚ ਨਿਕਲਣਾ ਤਾਂ ਕੁਝ ਨਹੀਂ, ਜਿੱਦਾਂ ਆਪਾਂ ਅੱਗੇ ਵੀ ਗੱਲ ਕਰਦੇ ਆ। ਜਿਹੜੀ ਮੀਟਿੰਗ ਹੋਈ ਨਵਜੋਤ ਸਿੰਘ ਸਿੱਧੂ ਦੀ ਤੇ ਚਰਨਜੀਤ ਚੰਨੀ ਦੀ, ਜਿਹੜੀ ਹੌਲੀ ਹੌਲੀ ਜਿਹੜੀਆਂ ਗੱਲਾਂ ਨਿਕਲਦੀਆਂ ਆ, ਕੱਲ ਇਹ ਗੱਲ ਨਿਕਲੀ ਆ ਕਿ ਵੀ ਜਿਹੜੀ ਮੀਟਿੰਗ 5-6 ਘੰਟੇ ਚੱਲਦੀ, ਰਾਤੀ 8 ਵਜੇ ਸ਼ੁਰੂ ਹੋਈ, ਦੁਪਹਿਰ ਰਾਤ 1 ਵਜੇ ਤੱਕ ਚੱਲਦੀ ਰਹੀ, ਕਿਸੇ ਨੇ ਤਾਂ ਕਿਹਾ 3 ਵਜੇ ਤੱਕ ਚੱਲਦੀ ਹਾਂਜੀ। ਰਹੀ। ਉਹਦੇ 'ਚ ਇੱਕ ਖਬਰ ਕੱਲ ਨਿਕਲ ਕੇ ਆਈ, ਜੋ ਹੌਲੀ ਹੌਲੀ ਗੱਲਾਂ ਨਿਕਲਦੀਆਂ ਵੀ ਉੱਥੇ ਤਾਂ ਸਥਿਤੀ ਜਿਹੜੀ ਹੈ ਕੋਈ ਸਮਝੌਤੇ ਵਾਲੀ ਨਹੀਂ ਸੀ ਬਣੀ। ਸਿੱਧੂ ਤੇ ਚੰਨੀ ਦੀ ਤੂੰ ਮੈਂ ਹੋਈ। ਇੱਕ ਅਖਬਾਰ ਨੇ ਹੈਡਿੰਗ ਵੀ ਲਾਇਆ ਕਿ ਚੰਨੀ ਦੀ ਤੇ ਸਿੱਧੂ ਦੀ ਤੂੰ ਮੈਂ ਹੋਈ ਉਸ ਮੀਟਿੰਗ 'ਚ। ਅੱਜ ਖਬਰ ਨਿਕਲ ਕੇ ਆਈ ਹੈ ਕਿ ਤਲਖੀ ਇੰਨੀ ਵੱਧ ਗਈ ਸੀ ਉਸ ਮੀਟਿੰਗ ਦੇ ਵਿੱਚ, ਤੇ ਜਦੋਂ ਨਵਜੋਤ ਸਿੰਘ ਸਿੱਧੂ, ਸੈਂਟਰਲ ਅਬਜ਼ਰਵਰ ਹਰੀਸ਼ ਚੌਧਰੀ ਤੇ ਪ੍ਰਗਟ ਸਿੰਘ ਦੀ ਹਾਜ਼ਰੀ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਉੱਪਰ ਬਹੁਤ ਹਮਲਾਵਰ ਹੋ ਰਹੇ ਸੀ ਵੀ ਤੁਸੀਂ ਕੁਝ ਨਹੀਂ ਕੀਤਾ, ਤੁਸੀਂ ਕਿਉਂ ਨਹੀਂ ਕਰਦੇ ਫਲਾਣਾ ਫਲਾਣਾ ਕੰਮ, ਤਾਂ ਚੰਨੀ ਹੋਰਾਂ ਨੇ ਬਹੁਤ ਤਲਖ ਹੋ ਕੇ ਕਿਹਾ ਵੀ ਮੈਂ ਛੱਡ ਦਿੰਦਾ ਭਾਈ ਮੁੱਖ ਮੰਤਰੀ ਦੀ ਕੁਰਸੀ, ਸਿੱਧੂ ਸਾਹਿਬ ਤੁਸੀਂ ਬਣ ਜਾਓ ਮੁੱਖ ਮੰਤਰੀ ਤੇ 2 ਮਹੀਨਿਆਂ 'ਚ ਦਿਖਾ ਦਿਓ ਜਿਹੜੀ ਪਰਫਾਰਮੈਂਸ ਦਿਖਾਉਣੀ ਹੈ। ਇਸ ਤਲਖ ਅੰਦਾਜ਼ ਦੇ ਵਿੱਚ ਵੀ ਗੱਲ ਹੁੰਦੀ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਹੁਣ ਕੀ ਹੋ ਸਕਦਾ, ਇਹਦਾ ਮਤਲਬ ਹੈ ਜੀ ਚੰਨੀ ਹੋਰੀ ਇਹ ਗੱਲ ਕਹਿ ਰਿਹਾ ਕਿ ਸਿੱਧੂ ਕਰਕੇ ਦਿਖਾ ਦੇ 2 ਮਹੀਨੇ 'ਚ ਕੀ ਕਰ ਸਕਦਾ, ਤਾਂ ਇਹਦਾ ਮਤਲਬ ਹੈ ਕੁਝ ਹੋਣ ਵਾਲਾ ਨਹੀਂ ਹੈ। ਹਾਂ, ਦਿਖਾਵੇ ਦੇ ਤੌਰ ਤੇ ਤੇਜ਼ੀ ਦਿਖਾਈ ਜਾ ਸਕਦੀ ਹੈ, ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਕੁਝ ਫੈਸਲੇ ਕੀਤੇ ਜਾ ਸਕਦੇ ਆ ਵੀ ਹਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬੜੀ ਤੇਜ਼ੀ ਨਾਲ ਜਿਹੜੀ ਆ ਉਹ ਕਰੇਗੀ, ਜਾਂਚ ਕਰੇਗੀ, ਜਿੱਦਾਂ ਕੈਪਟਨ ਅਮਰਿੰਦਰ ਨੇ ਵੀ ਕੋਸ਼ਿਸ਼ ਕੀਤੀ ਸੀ ਬਾਦਲਾਂ ਨੂੰ ਫੇਰ ਤੋਂ ਤਲਬ ਕਰਕੇ ਇਹ ਦਿਖਾਵਾ ਜਿਹਾ ਕਰਨ ਦੀ। ਇਹਦੇ ਰੇਤ ਮਾਫੀਏ ਦੇ ਉੱਤੇ ਕੋਈ ਕਾਰਪੋਰੇਸ਼ਨ ਬਣਾਉਣ ਦੀ ਗੱਲ ਹੋ ਸਕਦੀ ਹੈ, ਬਿਹਾਰ ਰੇਤੇ ਦੀ ਕੋਈ ਕਾਰਪੋਰੇਸ਼ਨ ਬਣਾ ਦਈਏ, ਜਾਂ ਲੀਕਰ ਮਾਫੀਏ ਤੇ ਕੋਈ ਨਾ ਕੋਈ ਸਪੈਸ਼ਲ ਕਮੇਟੀ ਬਣਾਈ ਜਾ ਸਕਦੀ ਹੈ। ਹੋਣਾ ਕੀ ਹੈ, ਹੁਣ ਤਾਂ ਮਹੀਨੇ 2 ਰਹਿ ਗਏ, 2-2.5 ਮਹੀਨੇ ਰਹਿ ਗਏ ਆ, ਸੋ ਕੋਈ ਬਹੁਤੀ ਸੰਭਾਵਨਾ ਨਹੀਂ ਹੈ। ਹਾਂ, ਜਿਹੜੇ ਕੋਈ ਬਹੁਤ ਜ਼ਰੂਰੀ ਕੰਮ ਨੇ ਜਿਹੜੇ ਪੈਂਡਿੰਗ ਪਏ ਨੇ, ਜਿਹੜੇ ਫੌਰੀ ਹੋ ਸਕਦੇ ਆ, ਜਿਨ੍ਹਾਂ 'ਚ ਕਾਨੂੰਨ ਦਾ ਕੋਈ ਅੜਿੱਕਾ ਨਹੀਂ ਹੈ, ਜਿਹੜਾ ਅਦਾਲਤਾਂ ਸਿੱਧੇ ਤੌਰ ਤੇ ਜਿਹਦੇ 'ਚ ਇਨਵੋਲਵ ਨਹੀਂ ਹੈ, ਉਹਦੇ 'ਚ ਕੁਝ ਨਿਯੁਕਤੀਆਂ ਹੋ ਸਕਦੀਆਂ, ਕੱਚੇ ਕੰਮ ਰੈਗੂਲਰ ਕਰਨ ਦਾ ਮਾਮਲਾ ਆ, ਜਾਂ ਕੁਝ ਏਦਾਂ ਦੇ ਕੇਸ ਜਿਹੜੇ ਹੋ ਸਕਦੇ ਉਹ ਕੀਤੇ ਜਾ ਸਕਦੇ ਆ। ਪਰ ਕੋਰ ਇਸ਼ੂਜ਼ ਜਿਹੜੇ ਆ, ਜਿਹੜੇ ਸਿੱਧੇ ਤੌਰ ਤੇ ਅਦਾਲਤਾਂ ਨਾਲ ਜੁੜੇ ਹੋਏ ਆ, PPA ਦਾ ਮਾਮਲਾ ਹੈਗਾ, ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ, ਬਿਜਲੀ ਦੇ ਸਮਝੌਤੇ, ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ, ਬਹਿਬਲ ਕਲਾ ਕਾਂਡ ਹੈ, ਰੇਤੇ ਦਾ ਮਾਫੀਆ, ਜਾਂ ਸਾਰੇ ਕਿਸਮ ਦੇ ਜਿਹੜੇ ਮਾਫੀਏ ਆ, ਉਹਨਾਂ ਦੇ ਉੱਤੇ ਕੋਈ ਫੌਰੀ ਐਕਸ਼ਨ ਜਿਹੜਾ ਆ ਉਹ ਦਿਖਾਵੇ ਦਾ ਤਾਂ ਹੋ ਸਕਦਾ ਹੈ, ਪਰ ਕੰਕਰੀਟ ਕੁਝ ਹੋਏਗਾ ਉਹਦੀ ਤਾਂ ਕੋਈ ਸੰਭਾਵਨਾ ਨਹੀਂ ਹੈ। ਜੀ ਅੱਛਾ, ਇੱਕ ਹੋਰ ਪੰਜਾਬ ਤੈਸ਼ੀ ਬੜਾ ਵੱਡਾ ਲੀਡਰ ਅਸੀਂ ਮੰਨਦੇ ਰਹੇ ਜਿਸ ਵਿਅਕਤੀ ਨੂੰ ਲੰਬਾ ਸਮਾਂ, ਉਹ ਹੈਗੇ ਨੇ ਜੀ ਖਹਿਰਾ ਸਾਹਿਬ, ਸੁਖਪਾਲ ਸਿੰਘ ਖਹਿਰਾ। ਆਖਿਰਕਾਰ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ,
ਸਮਾਂ ਥੋੜਾ ਜਿਹਾ ਰਹਿ ਗਿਆ ਸੀ, ਹੁਣ ਦੁਬਾਰਾ ਉੱਥੇ ਇਲੈਕਸ਼ਨ ਹੋ ਨਹੀਂ ਸਕਦੀ। 2-3 ਮਹੀਨੇ ਦਾ, 4 ਮਹੀਨਿਆਂ ਤੋਂ ਵੱਧ ਦਾ ਸਮਾਂ ਹੋਵੇ ਤੇ ਜਾਂ 6 ਮਹੀਨੇ ਦਾ ਸਮਾਂ ਘੱਟੋ ਘੱਟ ਚਾਹੀਦਾ ਹੁੰਦਾ ਦੁਬਾਰਾ ਇਲੈਕਸ਼ਨ ਹੋਣ ਨੂੰ। ਤੇ ਜਿਸ ਤਰ੍ਹਾਂ ਦੀਆਂ ਮਤਲਬ ਇਹ ਲੁੰਬੜ ਚਾਲਾਂ ਜੀਆਂ ਚੱਲ ਕੇ ਸਿਆਸਤਦਾਨ ਫਿਰ ਆਪ ਸੱਚੇ ਸੁੱਚੇ ਬਣ ਜਾਂਦੇ ਆ, ਲੋਕਾਂ ਨੂੰ ਇਦਾਂ ਮੂਰਖ ਬਣਾਉਂਦੇ ਆ। ਪਤਾ ਨਹੀਂ ਕੀ ਸੋਚਦੇ ਆ ਕਿ ਲੋਕ ਮੁੜ ਕੇ ਸਾਡੇ ਤੇ ਉਹ ਵਿਸ਼ਵਾਸ ਕਰ ਲੈਣਗੇ। ਕੀ ਖਹਿਰਾ ਦਾ ਉਹ ਰੂਪ ਜਿਸ ਤਰ੍ਹਾਂ ਦਾ ਅਸੀਂ ਚਿਤਵਿਆ ਸੀ ਦੁਬਾਰਾ ਕਦੀ ਸਾਡੇ ਦਿਮਾਗਾਂ 'ਚ ਆਏਗਾ ਕਿ ਪੰਜਾਬ ਦਾ ਹਿਤਕਾਰੀ ਵਿਅਕਤੀ ਸੀਗਾ ਕਦੀ ਜਾਂ ਰਹੇਗਾ? ਮਤਲਬ ਜਿਸ ਤਰੀਕੇ ਨਾਲ ਇਹ ਨਿੱਕੇ ਨਿੱਕੇ ਆਪਣੇ ਸਵਾਰਥਾਂ ਪਿੱਛੇ ਲੋਕ ਵਿਕ ਜਾਂਦੇ ਆ ਇਹ ਸਾਰੇ, ਤੇ ਫਿਰ ਇਹ ਮਤਲਬ ਜਿਹੜੇ ਕੋਈ ਪੰਜਾਬ ਦੇ ਅਸਲੀ ਹਿਤੈਸ਼ੀ ਲੋਕ ਨੇ, ਕੀ ਉਹਨਾਂ ਨੂੰ ਕਦੀ ਦਿਲੋਂ ਮਾਫ ਕਰ ਸਕਣਗੇ? ਮੈਨੂੰ ਤਾਂ ਇਹੀ ਨਹੀਂ ਸਮਝ ਆਈ ਕਿ ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਇੰਨੀ ਦੇਰ ਤੱਕ ਪ੍ਰਵਾਨ ਕਿਉਂ ਨਹੀਂ ਕੀਤਾ ਗਿਆ। ਜਾਂ ਤਾਂ ਉਹ ਕੈਪਟਨ ਅਮਰਿੰਦਰ ਸੀਗੇ ਮੁੱਖ ਮੰਤਰੀ ਤੇ ਉਦੋਂ ਤੱਕ ਉਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਕਿਤੇ ਨਾ ਕਿਤੇ ਲੋੜ ਹੋ ਸਕਦੀ ਹੈ ਇੱਕ ਐਮਐਲਏ ਦੀ, ਤੇ ਉਹ ਬਾਅਦ ਵਿੱਚ ਕੈਪਟਨ ਅਮਰਿੰਦਰ ਨਾਲ ਚਲੇ ਵੀ ਗਏ, ਆਪਾਂ ਨੂੰ ਪਤਾ ਹੈ। ਤੇ ਹੁਣ ਜਦੋਂ ਰਹਿ ਗਏ 4 ਮਹੀਨੇ ਤੇ ਉਹਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਹੁਣ ਅਸਤੀਫਾ ਪ੍ਰਵਾਨ ਹੋਵੇ ਨਾ ਹੋਵੇ ਕੋਈ ਉਹਦਾ ਫਰਕ ਨਹੀਂ ਪੈਂਦਾ, ਤੇ ਪਰ ਉਹ ਅਸਤੀਫਾ ਪ੍ਰਵਾਨ ਹੋ ਗਿਆ। ਪਰ ਜਿਹੜਾ ਤੁਹਾਡਾ ਸਵਾਲ ਹੈ ਬੁਨਿਆਦੀ ਤੌਰ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਲਗਾਤਾਰ ਕਾਂਗਰਸ ਪਾਰਟੀ ਤੋਂ ਬਾਹਰ ਆ ਕੇ ਆਮ ਆਦਮੀ ਪਾਰਟੀ, ਫਿਰ ਆਮ ਆਦਮੀ ਪਾਰਟੀ ਤੋਂ ਬਾਹਰ ਆ ਕੇ ਆਪਣੀ ਪੰਜਾਬ ਏਕਤਾ ਪਾਰਟੀ, ਤੇ ਉੱਥੇ ਤੱਕ ਤਾਂ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਪੱਖ ਸੀ। ਦੁਨੀਆ ਭਰ ਦੇ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਉਹ ਇਸ ਨਜ਼ਰ ਨਾਲ ਦੇਖ ਰਿਹਾ ਸੀ ਵੀ ਇਹ ਬੰਦਾ ਹੈ ਯਾਰ ਜਿਹੜਾ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਮੁੱਦਿਆਂ ਤੇ ਵਿਵਾਕ ਹੈ, ਕੱਲ ਰੱਖਦਾ ਹੈ, ਇਹਨੂੰ ਆਪਣੀ ਕੋਈ ਕੁਰਸੀ ਦੀ ਕੋਈ ਬਹੁਤੀ ਜਿਹੜੀ ਹੈ ਚਿੰਤਾ ਨਹੀਂ ਹੈ। ਪਰ ਜਦੋਂ ਹੀ ਉਹ ਕੈਪਟਨ ਅਮਰਿੰਦਰ ਨਾਲ ਚਲੇ ਗਏ, ਕਾਂਗਰਸ ਪਾਰਟੀ ਚਲੇ ਗਏ, ਚੀਜ਼ਾਂ ਬਦਲ ਗਈਆਂ। ਤੇ ਚੀਜ਼ਾਂ ਇਸ ਕਰਕੇ ਵੀ ਬਦਲੀਆਂ ਕਿ ਇਰਾਦਾ ਜਿਹੜਾ ਹੈ ਉਹ ਪਤਾ ਲੱਗ ਗਿਆ ਕਿ ਉਹਨਾਂ ਦਾ ਇਰਾਦਾ ਸਿਰਫ ਤੇ ਸਿਰਫ ਸੀਮਤ ਹੈ, ਇੱਕ ਛੋਟਾ ਜਿਹਾ ਇੱਕ ਇੰਟਰਸਟ ਹੈ ਵੀ ਹਾਂ ਸਾਡੀ ਜੱਦੀ ਪੁਸ਼ਤੀ ਜਿਹੜੀ ਜਿੱਤੇ ਉਹ ਦਾਅਵਾ ਕਰਦੇ ਆ ਭੁਲੱਥ ਵਾਲੀ ਸੀਟ ਵੀ ਉਹ ਸਾਡੇ ਕੋਲ ਰਵੇ। ਤੇ ਹੁਣ ਕੋਈ ਉਹਨਾਂ ਤੋਂ ਉਮੀਦ ਨਹੀਂ ਹੈ ਕਿ ਉਹ ਪੰਜਾਬ ਲਈ ਕੋਈ ਚਿਣਗ ਪੈਦਾ ਕਰ ਸਕਣ, ਕੋਈ ਸਿਆਸੀ ਤੌਰ ਦੇ ਉੱਤੇ ਕੋਈ ਵੱਖਰਾ ਕੋਈ ਮੁਹਾਂਦਰਾ ਸਿਰਜ ਸਕਣ। ਇਹਦੀ ਕੋਈ ਮੈਨੂੰ ਤਾਂ ਘੱਟੋ ਘੱਟ ਇਹਦੀ ਕੋਈ ਉਮੀਦ ਨਹੀਂ। ਸਮਾਂ ਆਪਣਾ ਹੋ ਗਿਆ। ਦਸਾਂਝ ਸਾਹਿਬ ਬਹੁਤ ਬਹੁਤ ਸ਼ੁਕਰੀਆ। ਕੰਵਰ ਸੰਧੂ ਬਾਰੇ ਮੇਰੇ ਜ਼ਿਹਨ 'ਚ ਕੋਈ ਸਵਾਲ ਚੱਲ ਰਹੇ ਸੀ, ਉਹ ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਲੈ ਸਕੀਏ। ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਕਈ ਐਸੇ ਲੋਕ ਹੁੰਦੇ ਆ ਜਿਹੜੇ ਸਾਰੀ ਉਮਰ ਠੀਕ ਠਾਕ ਕੰਮ ਕਰਕੇ ਗਏ ਹੁੰਦੇ ਆ, ਤੇ ਜਦੋਂ ਸਿਆਸਤ 'ਚ ਆਉਂਦੇ ਆ ਲੋਕ ਉਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਪਾਲ ਲੈਂਦੇ ਆ। ਤੇ ਕੰਵਰ ਸੰਧੂ ਹੋਰੀ ਠੀਕ ਆ, ਚੰਗੇ ਜਰਨਲਿਸਟ ਸੀਗੇ, ਚੰਗਾ ਅੱਜ ਵੀ ਉਹ ਕੰਮ ਕਰ ਰਹੇ ਹੋਣਗੇ ਆਪਣੇ ਫੀਲਡ 'ਚ, ਪਰ ਐਜ ਏ ਪੋਲੀਟੀਸ਼ੀਅਨ ਜਿਹੜਾ ਉਹਨਾਂ ਦਾ ਕੰਮ ਸੀਗਾ ਉਹਦੇ 'ਤੇ ਮੈਂ ਤੁਹਾਡੇ ਕੋਲ ਚਾਹੂੰਗਾ ਕੱਲ੍ਹ ਤੁਹਾਡੀ ਰਾਏ ਕਿ ਉਹ ਕੁਝ ਆਪਣੇ ਜੇ ਸਮੇਂ ਇਸ ਪੀਰੀਅਡ ਦੌਰਾਨ ਜਿਹੜਾ ਉਹ ਕੁਝ ਐਸਾ ਕਰਕੇ ਦਿਖਾ ਸਕੇ ਜਿਹੜੇ ਬਾਕੀ ਪੋਲੀਟੀਸ਼ੀਅਨ ਨਹੀਂ ਕਰਦੇ। ਇਹ ਸਵਾਲ ਤੁਹਾਡੇ ਲਈ ਕੱਲ੍ਹ ਦੀ ਆ, ਤੁਸੀਂ ਇਹਦਾ ਜਵਾਬ ਮੈਨੂੰ ਕੱਲ੍ਹ ਦੇ ਦਿਓ। ਅੱਜ ਸਮਾਂ ਹੋ ਗਿਆ। ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਮਿਹਰਬਾਨੀ, ਸ਼ੁਕਰੀਆ। ਸਾਡੀ ਅਤੇ ਸਾਡੀ ਸਭ ਦੀ ਜ਼ਿੰਦਗੀ ਨੂੰ ਕਰਦੇ ਨੇ ਪ੍ਰਭਾਵਿਤ।